ਪੰਜਾਬੀ ਸਟੱਡੀ ਪੁਆਇੰਟ 63 ਵੇਖ ਰਹੇ ਸਾਰੇ ਹੀ ਵਿਊਅਰਸ ਦਾ ਇਸ ਚੈਨਲ ਤੇ ਇੱਕ ਵਾਰ ਫੇਰ ਬਹੁਤ ਸਵਾਗਤ। ਸਾਡੀ ਅੱਜ ਦੀ ਵੀਡੀਓ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ BA ਦੇ ਤੀਜੇ ਸਮੈਸਟਰ ਨਾਲ ਸੰਬੰਧਿਤ ਹੈ। ਵਿਸ਼ਾ ਹੈ ਚੋਣਵੀ ਪੰਜਾਬੀ ਤੇ ਇਸ ਵਿਸ਼ੇ ਦੀ ਪਾਠ ਪੁਸਤਕ ਹੈ ਇੱਕ ਸਫ਼ਰਨਾਮਾ ਦੁਨੀਆ ਇੱਕ ਮਹੱਲ ਹੈ, ਜਿਸ ਨੂੰ ਸ਼੍ਰੀ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਨੇ ਲਿਖਿਆ ਹੈਗਾ। ਤੇ ਇਸ ਸਫ਼ਰਨਾਮੇ ਦਾ ਕਾफ़ी ਸਾਰਾ ਭਾਗ ਅਸੀਂ ਇਸ ਚੈਨਲ ਤੇ ਅਪਲੋਡ ਕਰ ਚੁੱਕੇ ਹੈਗੇ ਹਾਂ ਤੇ ਵਿਦਿਆਰਥੀ ਇਹਨਾਂ ਵੀਡੀਓਜ਼ ਦਾ ਲਾਭ ਉਠਾਉਣ ਲਈ ਇਸ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲੈਣ। ਤੇ ਇਸ ਤੋਂ ਇਲਾਵਾ ਦੂਸਰੀ ਪਾਠ ਪੁਸਤਕ ਹੈ ਜੋ ਇਸ ਵਿਸ਼ੇ ਦੀ, ਉਹ ਹੈ ਮੱਧਕਾਲੀ ਪੰਜਾਬੀ ਕਾਵਿ ਰੰਗ। ਇਸ ਦਾ ਵੀ ਕੁਝ ਭਾਗ ਇਸ ਚੈਨਲ ਉੱਤੇ ਅਪਲੋਡ ਕੀਤਾ ਹੋਇਆ ਹੈਗਾ। ਸੋ ਹੁਣ ਤੱਕ ਅਸੀਂ ਪੜ੍ਹਿਆ ਸੀਗਾ ਕਿ ਕਿਸ ਤਰ੍ਹਾਂ ਜੋ ਲੇਖਕ ਹੈ ਗੁਰਬਖਸ਼ ਸਿੰਘ ਪ੍ਰੀਤਲੜੀ, ਉਸ ਨੂੰ ਜਿਹੜਾ ਹੈ ਫੌਜ ਦੇ ਵਿੱਚ ਨੌਕਰੀ ਮਿਲਦੀ ਹੈਗੀ ਆ ਤੇ ਉਸ ਦੌਰਾਨ ਉਹ ਵੱਖੋ ਵੱਖਰੇ ਭਾਗਾਂ ਦੇ ਵਿੱਚ ਘੁੰਮਦਾ ਹੈ। ਉਸ ਤੋਂ ਬਾਅਦ ਉਹ ਜਦੋਂ ਉਸ ਦਾ ਕੰਟੈਕਟ ਕੰਪਨੀ ਦੇ ਨਾਲ ਖ਼ਤਮ ਹੋ ਜਾਂਦਾ ਹੈ ਤਾਂ ਉਹ ਸਟੱਡੀ ਕਰਨ ਲਈ ਜਾਂਦਾ ਹੈਗਾ ਤੇ ਉਹ ਆਪਣੀ ਸਟੱਡੀ ਪੂਰੀ ਕਰਨ ਤੋਂ ਬਾਅਦ ਉਸ ਨੂੰ ਜੋ ਨੌਕਰੀ ਮਿਲਦੀ ਹੈ ਯੰਗਸਟਨ ਦੇ ਵਿੱਚ। ਤੇ ਇੱਥੇ ਉਹਦੇ ਨਾਲ ਜੋ ਘਟਨਾਵਾਂ ਵਾਪਰਦੀਆਂ ਨੇ ਆਪਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ। ਤੇ ਹੁਣ ਤੱਕ ਦੇ ਸਫ਼ਰ ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਨੇ ਕਾफ़ੀ ਦੇਸ਼ਾਂ ਦੀ ਯਾਤਰਾ ਕੀਤੀ, ਬਹੁਤ ਸਾਰੇ ਖੱਟੇ ਮਿੱਠੇ ਅਨੁਭਵ ਸਾਡੇ ਨਾਲ ਸ਼ੇਅਰ ਕੀਤੇ ਹੈਗੇ ਨੇ। ਭਾਵ ਸਾਨੂੰ ਇੱਕ ਸਫ਼ਰਨਾਮੇ ਤੋਂ ਪਤਾ ਲੱਗਦਾ ਹੈ ਵੀ ਦੂਸਰੇ ਦੇਸ਼ਾਂ ਦੇ ਲੋਕ ਕਿਸ ਤਰ੍ਹਾਂ ਉਹਨਾਂ ਦਾ ਰਹਿਣ ਸਹਿਣ ਹੈ, ਕਿਸ ਤਰ੍ਹਾਂ ਉਹਨਾਂ ਦਾ ਸੁਭਾਅ ਹੈ। ਤੇ ਇਸ ਤਰ੍ਹਾਂ ਅਸੀਂ ਦੇਖਦੇ ਹੈਗੇ ਹਾਂ ਵੀ ਇਸ ਸ਼ਹਿਰ ਪਹੁੰਚ ਕੇ ਉਹਦੇ ਨਾਲ ਕੀ ਵਾਪਰਦਾ ਹੈ। ਯੰਗਸਟਨ ਓਹਾਇਓ ਦੀ ਇੱਕ ਇੰਜੀਨੀਅਰਿੰਗ ਕੰਪਨੀ ਸੀ ਵਿੱਚ ਮੈਨੂੰ ਨੌਕਰੀ ਮਿਲੀ। ਇੰਜੀਨੀਅਰਿੰਗ ਸ਼ਬਦ ਦੇ ਵਿੱਚ ਤੁਸੀਂ ਬੇਟਾ ਜੀ ਦੇਖਿਓ ਵੀ ਕੀ ਫ਼ਰਕ ਹੈ ਜੋ ਅਸੀਂ ਲਿਖਦੇ ਹੈਗੇ ਹਾਂ, ਜਾਂ ਇਹਦੇ 'ਚ ਕੀ ਅੰਤਰ ਹੈ, ਮੈਨੂੰ ਦੱਸਿਓ ਕਮੈਂਟ ਬਾਕਸ ਦੇ ਵਿੱਚ ਜ਼ਰੂਰ, ਠੀਕ ਹੈ। ਇਹ ਕੰਪਨੀ ਮੁਲਕ ਵਿੱਚ ਤਾਂ ਉਦੋਂ ਵੀ ਪ੍ਰਸਿੱਧ ਸੀ, ਪਰ ਬਾਅਦ ਵਿੱਚ ਰੂਸ ਦੀ ਪਹਿਲੀ 5 ਸਾਲਾ ਯੋਜਨਾ ਵਿੱਚ ਕੰਮ ਕਰਨ ਕਰਕੇ ਇਹਨੂੰ ਕੌਮਾਂਤਰੀ ਪ੍ਰਸਿੱਧੀ ਮਿਲ ਗਈ। ਕੌਮਾਂਤਰੀ ਪ੍ਰਸਿੱਧੀ ਮਿਲ ਜਾਣਾ ਹੁੰਦਾ ਵੀ ਇੱਕ ਚੀਜ਼ ਹੁੰਦੀ ਹੈ ਦੇਸ਼ 'ਚ ਮਸ਼ਹੂਰ ਹੁੰਦੀ ਹੈ, ਫਿਰ ਉਹਨੂੰ ਜੇ ਹੋਰ ਦੇਸ਼ਾਂ ਦੇ ਵਿੱਚ ਵੀ ਉਹ ਪ੍ਰਸਿੱਧ ਹੋ ਜਾਵੇ ਤਾਂ ਫਿਰ ਉਸਨੂੰ ਕੌਮਾਂਤਰੀ ਕਿਹਾ ਜਾਂਦਾ ਹੈ, ਠੀਕ ਹੈ। ਯੰਗਸਟਨ ਨਾ ਵੱਡਾ ਅਤੇ ਨਾ ਹੀ ਛੋਟਾ ਸਨਅਤੀ ਸ਼ਹਿਰ ਹੈ। ਸਨਅਤੀ ਸ਼ਹਿਰ ਹੁੰਦਾ ਵੀ ਜਿਵੇਂ ਇੰਡਸਟਰੀਜ਼ ਬਹੁਤ ਹੁੰਦੀਆਂ ਨੇ, ਜਿਹਦੇ ਵਿੱਚ ਵੀ ਨਾ ਤਾਂ ਇਹ ਬਹੁਤਾ ਬੜਾ ਸ਼ਹਿਰ ਹੈ ਨਾ ਹੀ ਛੋਟਾ, ਯਾਨੀ ਮੀਡੀਅਮ ਆਕਾਰ ਦਾ ਸ਼ਹਿਰ ਹੈਗਾ, ਜਿਹਦਾ ਆਲਾ ਦੁਆਲਾ ਦਿਹਾਤੀ ਲੋਕ ਨਿਊਯਾਰਕ ਜਾਂ ਸ਼ਿਕਾਗੋ ਦੇ ਮੁਕਾਬਲੇ ਵਿੱਚ ਬੜੇ ਸਾਦੇ ਅਤੇ ਸਰਲ ਉਦੋਂ ਮੈਨੂੰ ਜਾਪੇ ਸਨ। ਸ਼ਹਿਰ ਅਤੇ ਲੋਕਾਂ ਦੋਹਾਂ ਨਾਲ ਮੇਰਾ ਰਿਸ਼ਤਾ ਦਿਨੋਂ ਦਿਨ ਡੂੰਘਾ ਹੁੰਦਾ ਗਿਆ। ਸ਼ਹਿਰ ਦਾ ਜਿਹੜਾ ਭਾਗ ਅੱਜ ਤੱਕ 36 ਵਰ੍ਹਿਆਂ ਬਾਅਦ ਵੀ ਮੇਰੀਆਂ ਯਾਦਾਂ ਵਿੱਚ ਉਸੇ ਤਰ੍ਹਾਂ ਉਗੜਿਆ ਪਿਆ ਹੈ, ਉਹ ਸੈਂਕੜੇ ਘੁਮਾਵਾਂ ਵਿੱਚ ਖਿਲ ਰਿਹਾ ਹੈ। ਉੱਥੋਂ ਦਾ ਮਿਲ ਕ੍ਰੀਕ ਪਾਰਕ ਹੈ। ਹੁਣ ਇਹ ਕਹਿੰਦਾ ਹੈਗਾ ਵੀ ਹੋਰ ਚੀਜ਼ਾਂ ਦੇ ਨਾਲ ਨਾਲ ਮੇਰੀਆਂ ਯਾਦਾਂ ਦੇ ਵਿੱਚ 36 ਸਾਲ ਬਾਅਦ ਵੀ ਮਿਲ ਕ੍ਰੀਕ ਪਾਰਕ ਹੈ ਜਿਹੜਾ, ਉਹ ਹਜੇ ਤੱਕ ਵੀ ਮੇਰੇ ਮਨ ਦੇ ਵਿੱਚੋਂ ਨਹੀਂ ਨਿਕਲਿਆ। ਉਹਦੇ ਨਾਲ ਸੰਬੰਧਿਤ ਯਾਦਾਂ ਉਹਨੂੰ ਉਸ ਤਰ੍ਹਾਂ ਹੀ ਤਾਜ਼ਾ ਨੇ। ਹਜ਼ਾਰਾਂ ਉੱਚੇ ਜੰਗਲੀ ਦਰਖਤ, ਵਿੱਚੋਂ ਦੀ ਬਲੇਵੇਂ ਖਾਂਦੀ ਨਦੀ, ਚੌੜੀਆਂ ਪੱਕੀਆਂ ਸੜਕਾਂ ਦੇ ਪਾਸੇ ਹਰ ਕਿਸਮ ਦੇ ਫੁੱਲ, ਤਰਨ ਝੀਲ ਅਤੇ ਖੇਡਣ ਕੋਰਟ ਇਸ ਪਾਰਕ ਨੂੰ ਕੁਦਰਤ ਅਤੇ ਮਨੁੱਖ ਦੀ ਸਾਂਝੀ ਕਾਰੀਗਰੀ ਦਰਸਾਉਂਦੇ ਨੇ। ਹੁਣ ਕਹਿਣ ਦਾ ਭਾਵ ਕੀ ਹੈਗਾ, ਕੁਝ ਤਾਂ ਇਹਨੂੰ ਕੁਦਰਤ ਨੇ ਦਿੱਤਾ ਇਸ ਪਾਰਕ ਨੂੰ, ਕੁਝ ਚੀਜ਼ਾਂ ਤੇ ਕੁਝ ਮਨੁੱਖ ਨੇ ਇਹਨੂੰ ਜਿਹੜਾ ਹੈ ਹੋਰ ਸੋਹਣਾ ਬਣਾਇਆ। ਜਿਵੇਂ ਆਪਾਂ ਕਈ ਕਹਿ ਸਕਦੇ ਹੈਗੇ ਵੀ ਜਿਹੜੇ ਦਰਖਤ ਨੇ ਹੈ ਨਾ, ਇਹ ਸਾਰੇ ਤਾਂ ਪ੍ਰਮਾਤਮਾ ਦੇ ਦਿੱਤੇ ਹੋਏ ਆ, ਪਰ ਹੁਣ ਜਿਹੜੇ ਹੈਗੇ ਨੇ ਝੀਲਾਂ ਬਣਾਉਣਾ, ਖੇਡਣ ਕੋਰਟ ਬਣਾਉਣਾ, ਸੜਕਾਂ ਬਣਾਉਣੀਆਂ ਹੈ ਨਾ, ਇਹ ਚੀਜ਼ਾਂ ਮਨੁੱਖ ਦੀਆਂ ਬਣਾਈਆਂ ਹੋਈਆਂ ਨੇ। ਤਾਂ ਹੁਣ ਕਹਿੰਦਾ ਵੀ ਇਹਦੇ ਨਾਲ ਇਹ ਜਿਹੜਾ ਪਾਰਕ ਹੈ ਬੜਾ ਹੀ ਸੋਹਣਾ ਲੱਗਦਾ ਹੈਗਾ। ਤੇ ਇਸ ਦੇ ਜਿਸ ਭਾਗ ਵਿੱਚ ਮੈਂ ਆਪਣੀਆਂ ਬਹੁਤੀਆਂ ਸ਼ਾਮਾਂ ਅਤੇ ਬਹੁਤੇ ਐਤਵਾਰ ਗੁਜ਼ਾਰੇ, ਉਹ ਆਸ਼ਕਾਂ ਦੀ ਗਲੀ ਭਾਵ ਲਵਰਜ਼ ਲੇਨ ਅਖਵਾਉਂਦੀ ਸੀਗੀ। ਸੰਘਣੇ ਬਿਰਛਾਂ ਦੇ ਝੁੰਡ ਵਿੱਚੋਂ ਮੁੜ ਗੁਆਚਦੀ ਸੜਕ, ਵਹਿੰਦੇ ਪਾਣੀ ਦਾ ਮਿੱਠਾ ਮਿੱਠਾ ਗੀਤ, ਉੱਤੇ ਉੱਲਰੇ ਅਤੇ ਅੱਥਰੂ ਡੇਗਦੇ ਬੈਂਤ, ਆਪੂ ਉੱਗੇ ਫੁੱਲਾਂ ਦਾ ਵਾੜਾ, ਕਿਤੇ ਕਿਤੇ ਫੁੱਲ ਝਾੜੀਆਂ ਦੀ ਆੜ ਵਿੱਚ ਪਧਰਾਇਆ ਚਟਾਨੀ ਪੱਥਰ ਜਿਹਦੇ ਉੱਤੇ ਪ੍ਰੇਮ ਕਲੋਲਾਂ ਦੀ ਰੁਣ ਚੁਣ, ਇੱਥੇ ਭਾਵ ਜੋੜੇ ਬੈਠ ਕੇ ਆਪਣੀਆਂ ਗੱਲਾਂ ਬਾਤਾਂ ਕਰਦੇ ਸੀਗੇ। ਪੱਛਮ ਵੱਲ ਇੱਕ ਪਾਸਾ ਕੁਝ ਖੁੱਲ੍ਹਾ ਜਿੱਧਰੋਂ ਸ਼ਾਮੀ ਲਹਿੰਦਾ ਸੂਰਜ ਰਾਣਾ ਪ੍ਰੇਮੀਆਂ ਉੱਤੇ ਸੁਨਹਿਰੀ ਚੁੰਮਣ ਸੁੱਟਦਾ ਜਾਂਦਾ ਸੀ। ਇਸ ਪਾਰਕ ਵਿੱਚ ਜਦੋਂ ਮੈਂ ਇਕੱਲਾ ਹੁੰਦਾ ਸਾਂ ਜਾਂ ਕਿਸੇ ਰੋਂਦੇ ਬੈਂਤ ਕੋਲ ਜਾ ਖਲੋਂਦਾ ਸਾਂ, ਜਾਂ ਯਾਦਾਂ ਨਰਮਾਏ ਕਿਸੇ ਪੱਥਰ ਉੱਤੇ, ਜਾਂ ਮਿਲਣੀਆਂ
ਦੇ ਹਰੇ ਛੱਤ ਕਿਸੇ ਘਣੇ ਓਕ ਥੱਲੇ ਜਾ ਬਹਿੰਦਾ ਸਾਂ। ਭਾਵ ਜਿਹੜਾ ਸੰਘਣਾ ਓਕ ਦਾ ਦਰਖਤ ਹੈ ਉਹਦੇ ਥੱਲੇ ਜਾ ਬੈਠਦਾ ਸੀ। ਜਾਂ ਪਾਣੀਆਂ ਕੰਢੇ ਫਿਰਦਾ ਸਾਂ ਜਿਨ੍ਹਾਂ ਦੇ ਚੱਪੇ ਚੱਪੇ ਵਿੱਚ ਉਹਨਾਂ ਅੱਖਾਂ ਦਾ ਝੌਲਾ ਪੈਂਦਾ ਸੀ ਜਿਨ੍ਹਾਂ ਨੇ ਕਦੇ ਮੇਰੇ ਵਾਂਗ ਹੀ ਉਸ ਬਲੌਰੀ ਪਹਿਣ ਵਿੱਚ ਤਾਂਘਾਂ ਨਾਲ ਤੱਕਿਆ ਹੋਵੇਗਾ। ਅਤੇ ਇੱਥੇ ਜਾਣੀ ਕਿ ਲੇਖਕ ਕਹਿੰਦਾ ਹੈਗਾ ਵੀ ਮੈਨੂੰ ਵੀ ਜਿਹੜਾ ਹੈ ਆਪਣੇ ਮਿੱਤਰ ਪਿਆਰਿਆਂ ਦੀ ਯਾਦ ਆਉਂਦੀ ਸੀ ਇਸ ਥਾਂ ਦੇ ਉੱਤੇ ਆ ਕੇ। ਇੱਥੇ ਜਿਸ ਘਟਨਾ ਨੇ ਮੈਨੂੰ ਦਿਲ ਧੜਕਵੀਂ ਦੋਸਤੀ ਦਾ ਹਲਕਾ ਦਿੱਤਾ ਉਹ ਆਪਣੇ ਪਹਿਲੇ ਅਸਰ ਵਿੱਚ ਬੈਠਾ ਸਾਂ। ਐਨ ਆਰਥਰ ਵਿੱਚ ਜਿਹੜੇ 2.5 ਵਰ੍ਹੇ ਮੈਂ ਰਿਹਾ ਇੱਕ ਵਾਰੀ ਵੀ ਮੈਂ ਕੋਈ ਸਿਨੇਮਾ ਨਹੀਂ ਸੀ ਵੇਖਿਆ। ਮੇਰਾ ਸਾਰਾ ਸਮਾਂ ਪੜ੍ਹਾਈ ਲਈ ਕਮਾਈ ਵਿੱਚ ਲੰਘਦਾ ਸੀ। ਯੰਗਸਟੋਨ ਵਿੱਚ ਮੈਂ ਲੋਕਾਂ ਅਤੇ ਉਹਨਾਂ ਦੀ ਸੱਭਿਅਤਾ ਤੋਂ ਜਾਣੂ ਹੋਣ ਦਾ ਮੌਕਾ ਲੈਣਾ ਚਾਹੁੰਦਾ ਸਾਂ। ਹੁਣ ਕਹਿਣ ਦਾ ਭਾਵ ਕੀ ਹੈ, ਉਹ ਦੱਸਦਾ ਹੈਗਾ ਵੀ ਮੇਰਾ ਜਿਹੜਾ ਐਨ ਆਰਥਰ ਦੇ ਵਿੱਚ ਉਹ ਪੜ੍ਹਦਾ ਸੀਗਾ, ਆਪਾਂ ਪੜ੍ਹਿਆ ਵੀ ਮਧੂਛੱਦੇ ਵਰਗੀ ਜ਼ਿੰਦਗੀ ਸੀ ਉਹਦੀ, ਬੜਾ ਹੀ ਰੁਝੇਵਾਂ ਸੀਗਾ, ਪੜ੍ਹਦਾ ਸੀ ਉਹ ਬਹੁਤ ਅਤੇ ਬਾਕੀ ਸਮੇਂ 'ਚ ਉਹ ਕੰਮ ਕਰਦਾ ਸੀਗਾ। ਅਤੇ ਉਹ ਕਹਿੰਦਾ ਵੀ ਮੈਂ ਬਹੁਤ ਮਿਹਨਤ ਕੀਤੀ ਸੀ ਅਤੇ ਹੁਣ ਉਹ ਕਹਿੰਦਾ ਲੋਕਾਂ ਬਾਰੇ ਜਾਣਨ ਦਾ ਮੈਂ ਮੌਕਾ ਲੱਭ ਰਿਹਾ ਸੀਗਾ। ਰਿਵਾਜ਼ਨ ਇਹ ਜ਼ਰੂਰੀ ਸੀ ਕਿ ਹਰ ਕੋਈ ਸਿਨੇਮਾ ਹਾਲ ਵਿੱਚ ਟੋਪੀ ਲਾ ਕੇ ਬੈਠੇ। ਹੁਣ ਉਹ ਇਸ ਕੰਮ ਲਈ ਉਹਨੇ ਕੀ ਕੀਤਾ, ਫਿਰ ਫਿਲਮ ਦੇਖਣ ਲਈ ਸਿਨੇਮਾ ਹਾਲ ਚਲਿਆ ਗਿਆ ਅਤੇ ਉੱਥੇ ਰਿਵਾਜ਼ ਸੀਗਾ ਵੀ ਹਰੇਕ ਵਿਅਕਤੀ ਆਪਣੀ ਟੋਪੀ ਲਾ ਕੇ ਬੈਠਦਾ ਸੀਗਾ। ਅਤੇ ਮੈਨੂੰ ਵੀ ਯਾਦ ਕਰਾਇਆ ਗਿਆ ਕਿ ਮੇਰਾ ਸਿਰ ਕੱਜਿਆ ਹੋਇਆ ਸੀ। ਮੈਂ ਪੱਗ ਸਮੇਤ ਬੈਠਣ ਦੀ ਆਗਿਆ ਮੰਗੀ ਅਤੇ ਇਹ ਦੱਸਦੇ ਹਾਂ ਕਿ ਮੇਰੇ ਮੁਲਕ ਦੇ ਰਿਵਾਜ਼ ਅਨੁਸਾਰ ਮੈਂ ਆਪਣੇ ਤੋਂ ਵੱਡਿਆਂ ਦੀ ਹਾਜ਼ਰੀ ਵਿੱਚ ਸਿਰ ਨੰਗੇ ਨਹੀਂ ਸੀ ਬੈਠ ਸਕਦਾ। ਮਤਲਬ ਲੇਖਕ ਨੇ ਉਹਨੂੰ ਦੱਸਿਆ ਵੀ ਮੈਂ ਪੱਗ ਨਹੀਂ ਸੀ ਲਾ ਸਕਦਾ ਦੂਜਿਆਂ ਦੀ ਹਾਜ਼ਰੀ ਦੇ ਵਿੱਚ, ਪਰ ਇਹ ਆਗਿਆ ਮੈਨੂੰ ਨਾ ਮਿਲੀ ਅਤੇ ਪਰ ਉਹਨੂੰ ਫਿਰ ਉੱਥੇ ਸਿਨੇਮਾ ਦੇਖਣ ਦੀ ਆਗਿਆ ਨਹੀਂ ਸੀ ਮਿਲੀ ਅਤੇ ਮੈਂ ਉੱਥੋਂ ਚਲੇ ਆਇਆ ਅਤੇ ਇੱਕ ਖਤ ਪਰਦੇਸੀ ਤੁਹਾਡੇ ਦਰਾਂ ਉੱਤੇ ਲਿਖ ਕੇ ਉੱਥੋਂ ਦੇ ਰੋਜ਼ਾਨਾ ਅਖਬਾਰ ਵਿੰਡੀਕੇਟਰ ਨੂੰ ਘੱਲ ਦਿੱਤਾ। ਉੱਥੋਂ ਦਾ ਪ੍ਰੈਸ ਅਨੋਖੀ ਨੁਕਤਾਚੀਨੀ ਲਈ ਹਮੇਸ਼ਾ ਸਹਿਕਦਾ ਰਹਿੰਦਾ ਹੈ। ਬੜੀ ਚੰਗੀ ਥਾਂ 'ਤੇ ਮੇਰਾ ਖਤ ਛਾਪਿਆ ਗਿਆ। ਮਤਲਬ ਕਹਿਣ ਦਾ ਭਾਵ ਕੀ ਹੈ, ਉਸਨੇ ਫਿਰ ਇੱਕ ਖਤ ਲਿਖ ਦਿੱਤਾ ਇਹਦੇ ਵਿਰੋਧ ਦੇ ਵਿੱਚ, ਇੱਕ ਪਰਦੇਸੀ ਤੁਹਾਡੇ ਦਰਾਂ 'ਤੇ ਇਹਦਾ ਜਿਹੜਾ ਹੈ ਇਸ ਖਤ ਨੂੰ ਵਿੰਡੀਕੇਟਰ ਨਾਂ ਦੇ ਅਖਬਾਰ ਦੇ ਵਿੱਚ ਛਾਪ ਦਿੱਤਾ ਗਿਆ। ਪੰਛੀ ਵਰਗੀ ਰੂਹ। ਦੂਜੇ ਹੀ ਦਿਨ ਅਨੇਕਾਂ ਖਤ ਲੋਕਾਂ ਵੱਲੋਂ ਮੈਨੂੰ ਆ ਗਏ। ਉਹਨਾਂ ਵਿੱਚ ਇੱਕ ਖਤ ਬੜੀ ਦਿਲਚਸਪ ਇਸਤਰੀ ਦਾ ਸੀ। ਮਤਲਬ ਜਿਹੜਾ ਉਹਨੇ ਖਤ ਲਿਖਿਆ ਸੀਗਾ, ਜਿਵੇਂ ਆਪਾਂ ਅਖਬਾਰ ਦੇ ਵਿੱਚ ਕਈ ਉਹ ਆਉਂਦੇ ਨੇ ਹੈ ਨਾ, ਕਾਲਮ ਆਉਂਦੇ ਨੇ, ਆਪਾਂ ਉਹਦੇ ਜਵਾਬ ਦੇ ਵਿੱਚ ਕੋਈ ਖਤ ਲਿਖਦੇ ਹਾਂ, ਕੋਈ ਲੋਕ ਲਿਖਦੇ ਨੇ ਹੈ ਨਾ, ਤਾਂ ਆਪਣੇ ਵਿਚਾਰ ਦਿੰਦੇ ਹੈਗੇ ਨੇ ਉਹਦੇ ਬਾਰੇ। ਤਾਂ ਇਸ ਤਰ੍ਹਾਂ ਹੀ ਉਹਦਾ ਜਿਹੜਾ ਲੇਖਕ ਦਾ ਲਿਖਿਆ ਹੋਇਆ ਖਤ ਸੀਗਾ ਉਹਦੇ ਬਾਰੇ ਲੋਕਾਂ ਨੇ ਬੜੇ ਵਿਚਾਰ ਦੇ ਕੇ ਉਹਨੂੰ ਚਿੱਠੀਆਂ ਲਿਖੀਆਂ, ਠੀਕ ਆ। ਅਤੇ ਉਸਨੇ ਮੇਰੇ ਖਤ ਦੀਆਂ ਸਤਰਾਂ ਵਿੱਚੋਂ ਮੇਰੀ ਪਿਆਰ ਭੁੱਖ ਪੜ੍ਹ ਲਈ ਸੀ ਅਤੇ ਮੈਨੂੰ ਆਪਣੇ ਘਰੇ ਸੱਦਿਆ ਸੀ, ਪਰ ਨਾਲ ਹੀ ਤਾੜਨਾ ਕਰ ਦਿੱਤੀ ਸੀ ਕਿ ਉਹ ਕੋਈ ਸੋਹਣੀ ਜਵਾਨ ਕੁੜੀ ਨਹੀਂ ਸੀ। ਚਿੱਟੇ ਕੇਸਾਂ ਵਾਲੀ 50 ਤੋਂ ਟੱਪ ਚੁੱਕੀ ਇਸਤਰੀ ਹੈ। ਉਹ ਅਮੀਰ ਵੀ ਨਹੀਂ, ਹੱਥੀਂ ਕੰਮ ਕਰਦੀ ਹੈ, ਪਰ ਜੇ ਮੈਨੂੰ ਦੋਸਤੀ ਅਤੇ ਪਿਆਰ ਦੀ ਚਾਹ ਹੈ ਤਾਂ ਉਹਦਾ ਦੋਸਤੀ ਦਾ ਹਲਕਾ ਚੋਖਾ ਚੌੜਾ ਹੈ। ਦਫ਼ਤਰੋਂ ਆ ਕੇ ਖਾਣਾ ਖਾ ਕੇ 9 ਵਜੇ ਰਾਤ ਦੇ ਕਰੀਬ ਮੈਂ ਉਹਦੇ ਘਰ ਪਹੁੰਚਿਆ। ਹੁਣ ਉਸ ਇਸਤਰੀ ਨੇ ਚਿੱਠੀ ਵੀ ਲਿਖੀ ਅਤੇ ਨਾਲ ਨਾਲ ਸਪਸ਼ਟ ਵੀ ਕਰ ਦਿੱਤਾ ਵੀ ਉਹ ਕੋਈ ਨੌਜਵਾਨ ਕੁੜੀ ਨਹੀਂ ਹੈਗੀ, ਉਹ ਤਾਂ ਇੱਕ ਅਧਖੜ ਉਮਰ ਦੀ ਔਰਤ ਹੈਗੀ ਆ, ਅਮੀਰ ਵੀ ਨਹੀਂ ਹੈਗੀ, ਆਪਣੇ ਘਰ ਦਾ ਕੰਮ ਉਹ ਆਪ ਕਰਦੀ ਹੈਗੀ ਆ। ਸਾਰੀਆਂ ਗੱਲਾਂ ਸਪਸ਼ਟ ਕਰਕੇ ਉਹਨੇ ਦੱਸ ਦਿੱਤੀਆਂ ਅਤੇ ਫਿਰ ਲੇਖਕ ਉਹਨੂੰ ਮਿਲਣ ਲਈ ਚਲਿਆ ਗਿਆ, ਠੀਕ ਆ। ਇਹ ਨਾ ਕੋਈ ਫਲੈਟ ਸੀ ਅਤੇ ਨਾ ਬੰਗਲਾ ਸੀ, ਇੱਕ ਛੋਟੇ ਜਿਹੇ ਚਮਨ ਵਿੱਚ ਗੁਟਕਣੀ ਜਿਹੀ ਕੁਟੀਆ ਸੀ। ਚਮਨ ਹੁੰਦਾ ਬਾਗ। ਸ਼ਹਿਰੋਂ ਬਾਹਰ ਮੈਂ ਘੰਟੀ ਵਜਾਈ। ਤੁਰੰਤ ਇੱਕ ਪਤਲੀ ਇੱਕ ਨਿੱਕੀ ਖੁਸ਼ ਸ਼ਕਲ ਇਸਤਰੀ ਨੇ ਬੂਹਾ ਖੋਲ੍ਹਿਆ। ਉਹਦੇ ਸਿਰ ਉੱਤੇ ਸਾਰੇ ਵਾਲ ਕੱਜ ਦੀ ਊਨ ਦੀ ਚਿੱਟੀ ਟੋਪੀ ਲਈ ਹੋਈ ਸੀ। ਮੈਂ ਆਪ ਦੀ ਮਾਤਾ ਮਿਸਿਜ਼ ਮੈਕਾਰਟਰੀ ਨੂੰ ਮਿਲਣਾ ਚਾਹੁੰਦਾ ਹਾਂ, ਮੈਂ ਸੰਗਦਿਆਂ ਆਖਿਆ, ਕਿਉਂਕਿ ਉਹਦਾ ਚਿਹਰਾ ਬਿਲਕੁਲ ਜਵਾਨ ਅਤੇ ਹਸੂ ਕਰਦਾ ਸੀ ਅਤੇ ਉਹਦੀਆਂ ਅੱਖਾਂ ਵਿੱਚ ਦੂਜੇ ਦੀਆਂ ਅੱਖਾਂ ਨੀਵੀਆਂ ਪਾ ਦੇਣ ਵਾਲੀ ਰੌਸ਼ਨੀ ਸੀ। ਮੇਰੀ ਗੱਲ ਸੁਣ ਕੇ ਉਹਦੇ ਮਿਹਰਬਾਨ ਮੂੰਹ 'ਤੇ ਇੱਕ ਮਿੱਠਾ ਜਿਹਾ ਹਾਸਾ ਖਿੱਲਰ ਗਿਆ। ਉਹਦੇ ਵਰਗੀਆਂ ਜਿਉਂਦੀਆਂ ਅਤੇ ਜਾਨ ਪਾਉਂਦੀਆਂ, ਜਾਗਦੀਆਂ ਅਤੇ ਜਗਾਉਂਦੀਆਂ ਅੱਖਾਂ ਮੈਂ ਘੱਟ ਹੀ ਕਦੇ ਵੇਖੀਆਂ ਸੀ। ਆਓ ਜੀ ਆਇਆਂ, ਮੈਂ ਹੀ ਹਾਂ ਜਿਸ ਨੂੰ ਤੁਸੀਂ ਮਿਲਣ ਆਏ ਹੋ ਅਤੇ ਤੁਸੀਂ, ਮੈਂ ਜਾਣ ਗਈ ਹਾਂ, ਮਿਸਟਰ ਸਿੰਘ ਹੋ। ਅੰਦਰ ਆ ਕੇ ਉਸਨੇ ਆਪਣੀ ਟੋਪੀ ਲਾ ਦਿੱਤੀ। ਹੇਠੋਂ ਚਾਂਦੀ ਚਿੱਟੇ ਕੇਸਾਂ ਦੀ ਇੱਕ ਦੌਲਤ ਲਿਸ਼ਕ ਪਈ। ਕੋਈ ਧੋਖਾ ਨਹੀਂ, ਮੈਂ ਮਿਸਿਜ਼ ਮੈਕਾਰਟਰੀ ਹੀ ਹਾਂ ਨਾ। ਉਸਨੇ ਮੇਰਾ ਹਲਕਾ ਜਿਹਾ ਓਵਰਕੋਟ ਹੈਂਗਰ ਉੱਤੇ ਠੀਕ ਕਰਦਿਆਂ ਬੜੀ ਪਿਆਰੀ ਅਦਾ ਨਾਲ ਕਿਹਾ, ਕਿੱਡਾ ਕੂੜਾ ਇਹ ਕੋਟ। ਕਾਹਦਾ? ਅਖਬਾਰ ਵਿੱਚ ਛਪੇ ਤੁਹਾਡੇ ਖਤ ਵਰਗੀ ਹੀ ਕਵਿਤਾ ਹੈ। ਇਹਨਾਂ ਲਫ਼ਜ਼ਾਂ ਨਾਲ ਉਸਨੇ ਮੈਨੂੰ ਇਸ ਅਨੁਭਵ ਨਾਲ ਚੌੜਿਆਂ ਅਤੇ ਉੱਚਿਆਂ ਕਰ ਦਿੱਤਾ ਕਿ ਪਿਛਲੇ 3 ਸਾਲਾਂ ਵਿੱਚ ਪਹਿਲੀ ਵਾਰ ਮੈਂ ਕਿਸੇ ਘਰ ਵਿੱਚ ਬੈਠਾ ਸਾਂ। ਇਸ ਨਿੱਕੇ ਜਿਹੇ ਘਰ ਵਿੱਚ ਆਖਰਾਂ ਦੀ ਕੋਈ ਚੰਗੀ ਸ਼ਖਸੀਅਤ ਸੀ। ਇੱਕ ਪਾਸੇ ਚਿੱਟੇ ਪਲੰਘ ਹੇਠਾਂ ਬਿਸਤਰਾ, ਦੂਜੇ ਪਾਸੇ 3 ਆਰਾਮ ਕੁਰਸੀਆਂ, ਵਿਚਾਲੇ ਇੱਕ ਛੋਟਾ ਜਿਹਾ ਮੇਜ਼, ਬੂਹੇ ਸਾਹਮਣੇ ਕੰਧ ਨਾਲ ਇੱਕ ਵਾਰਡਰੋਬ, ਲੱਕੜੀ ਦੇ ਫਰਸ਼ ਉੱਤੇ ਨਿੱਕੇ ਨਿੱਕੇ ਕਾਲੀਨ, ਬਾਰੀਆਂ ਦੇ ਸਾਵੇ
ਬਲਾਈਡਸ ਉੱਤੇ ਝਾਲਰਦਾਰ ਚਿੱਟੇ ਪਰਦੇ, ਬੂਹਾ ਰੇਸ਼ਮੀ ਕਰੰਪ ਪਿੱਛੇ ਲੁਕਿਆ ਹੋਇਆ, ਕੰਧਾਂ ਬੜੇ ਬਾਂਕੇ ਡਿਜ਼ਾਈਨ ਵਿੱਚ ਕਾਗਜ਼ੀਆਂ। ਇਹੀ ਇੱਕੋ ਉਹਦਾ ਬਹਿਣ ਅਤੇ ਸੌਣ ਵਾਲਾ ਕਮਰਾ ਸੀ, ਜਿਹਦੇ ਵਿੱਚ ਇੱਕ ਬੂਹਾ ਪੇਂਟਰੀ ਅਤੇ ਕਿਚਨ ਵੱਲ ਖੁੱਲ੍ਹਦਾ ਸੀ। ਮੈਨੂੰ ਬਿਠਾ ਕੇ ਮੇਰੇ ਸਾਹਮਣੇ ਘਰ ਪੱਕੀਆਂ ਕੁਝ ਕੂਕੀਆਂ ਧਰ ਕੇ ਉਸ ਮੈਨੂੰ ਆਖਿਆ, ਜਿਹੜਾ ਮੈਨੂੰ ਚੰਗਾ ਲੱਗੇ ਮੈਂ ਉਹਦੇ ਨਾਲ ਦੋਸਤੀ। ਮੈਂ ਸ਼ਤਰੰਜ ਦੀ ਬਾਜੀ ਤੋਂ ਸ਼ੁਰੂ ਕਰਨਾ ਚਾਹੁੰਦੀ ਹਾਂ, ਕੀ ਤੁਸੀਂ ਖੇਡੋਗੇ? ਅਤੇ ਉਹਨੇ ਜਿਹੜਾ ਹੈ ਉਸ ਇਸਤਰੀ ਨੇ ਜਿਹੜਾ ਹੈ ਇੱਕ ਘਰੇ ਹੀ ਪੱਕੇ ਹੋਏ ਕੁਝ ਫਲ ਸੀਗੇ ਜਿਹਨੂੰ ਕੁੱਕੀਆਂ ਕਹਿੰਦੇ ਸੀਗੇ, ਉਹ ਉਹਦੇ ਸਾਹਮਣੇ ਰੱਖੀਆਂ ਅਤੇ ਉਹਨੂੰ ਕਿਹਾ ਵੀ ਮੈਂ ਸ਼ਤਰੰਜ ਖੇਡਣ ਤੋਂ ਹੀ ਦੋਸਤੀ ਆਰੰਭ ਕਰਦੀ ਹੈਗੀ। ਮੇਰੇ ਮੂੰਹੋਂ ਹਾਂ ਸੁਣ ਕੇ ਉਹਦੇ ਪੰਛੀ ਵਰਗੇ ਸਰੀਰ ਦਾ ਅੰਗ ਅੰਗ ਜਿਵੇਂ ਬੁਝਲਾਇਆ ਗਿਆ ਅਤੇ ਟੁੱਪ ਟੁੱਪ ਕਰਦੀ ਉਹ ਇੱਕ ਪਿਆਰਾ ਜਿਹਾ ਡੱਬਾ ਅਤੇ ਵਸਾਤ ਚੁੱਕ ਲਏ। 2 ਬਾਜ਼ੀਆਂ ਅਸੀਂ ਖੇਡੀਆਂ, ਇੱਕ ਉਸ ਨੇ ਜਿੱਤੀ ਅਤੇ ਦੂਜੀ ਮੈਂ, ਅਤੇ ਉਹ ਬੜੇ ਖੁਸ਼ ਹੋਏ। ਇਹ ਸ਼ਤਰੰਜ ਮੇਰਾ ਫਾਲ ਹੈ, ਸਾਡੀ ਦੋਸਤੀ ਬੜੀ ਦਿਲਚਸਪ ਹੋਵੇਗੀ। ਇਸ ਅਨੋਖੀ ਇਸਤਰੀ ਨੇ ਮੈਨੂੰ ਕਿੰਨੇ ਹੀ ਦੋਸਤ ਦਿੱਤੇ, ਕਈ ਪਿਕਨਿਕਾਂ ਦਾ ਸੁਆਦਲਾ ਤਜਰਬਾ ਦਿੱਤਾ। ਕਈ ਦੋਸਤਾਂ ਨਾਲ ਇਹ ਮੈਨੂੰ 40-40 ਮੀਲ ਸ਼ਹਿਰ ਤੋਂ ਬਾਹਰ ਲੈ ਕੇ ਗਈ, ਖੇਤਾਂ ਵਿੱਚ ਕਿਸਾਨਾਂ ਦੇ ਘਰਾਂ ਜਾ ਕੇ ਅਤੇ ਖੁੱਲ੍ਹੀ ਢਾਂਡੀ ਉੱਤੇ ਮਕਈ ਦੀਆਂ ਛੱਲੀਆਂ ਭੁੰਨਣੀਆਂ, ਗਾਉਣਾ ਅਤੇ ਤਸਵੀਰਾਂ ਖਿੱਚਣੀਆਂ। ਮੇਰੀ ਬਾਲ ਸਹੇਲੀ ਅਤੇ ਮਿੱਤਰਤਾ। ਹੁਣ ਕਹਿਣ ਦਾ ਮਤਲਬ ਕੀ ਹੈ, ਇਸ ਇਸਤਰੀ ਦੇ ਨਾਲ ਲੇਖਕ ਨੇ ਬੜੇ ਥਾਂ ਦੀ ਸੈਰ ਕੀਤੀ ਤਾਂ ਉਹਦੀ ਜਿਹੜੀ ਜਾਣ ਪਛਾਣ ਉਸ ਇਲਾਕੇ ਦੇ ਨਾਲ ਇਸ ਇਸਤਰੀ ਕਰਕੇ ਵਧੀ। ਮੇਰੀ ਬਾਲ ਸਹੇਲੀ ਅਤੇ ਮਿੱਤਰ। ਹੁਣ ਅਗਲਾ ਜੋ ਟੌਪਿਕ ਹੈ ਉਹ ਵੀ ਜਿਹੜਾ ਹੈ ਇੱਕ ਛੋਟਾ ਜਿਹਾ ਹੈਗਾ ਇਸ ਤਰ੍ਹਾਂ ਦਾ ਹੀ, ਕਿ ਉਹਦੇ ਵਿੱਚ ਉਹ ਦੱਸਦਾ ਹੈ ਵੀ ਕਿਸ ਤਰ੍ਹਾਂ ਇੱਕ ਛੋਟੀ ਜਿਹੀ ਬੱਚੀ ਹੁੰਦੀ ਹੈ, ਉਹਦੇ ਨਾਲ ਉਹਦੇ ਜਿਹੜਾ ਹੈ ਮੋਹ ਪੈ ਜਾਂਦਾ ਹੈ। ਅਤੇ ਇਹ ਜਿਹੜਾ ਟੌਪਿਕ ਹੈ ਇਹ +2 ਦੀ ਜੋ 94ਵੀਂ ਪੰਜਾਬੀ ਦੀ ਪਾਠ ਪੁਸਤਕ ਹੈ ਮੇਰੀ ਨੰਨੀ ਲੀਲਾ, ਇਸ ਨਾਂ ਦੇ ਨਾਲ ਵੀ ਛਪਿਆ ਹੋਇਆ ਹੈਗਾ। ਠੀਕ ਹੈ, ਹੁਣ ਕਹਿਣ ਦਾ ਮਤਲਬ ਟੌਪਿਕ ਉਹੀ ਹੈ, ਉਹਦਾ ਸਿਰਲੇਖ ਉੱਥੇ ਉਹਨੇ ਬਦਲ ਦਿੱਤਾ। ਠੀਕ ਆ। ਯੰਗਸਟੋਨ ਵਿੱਚ ਬਣਾਏ ਮਿੱਤਰਾਂ ਵਿੱਚੋਂ ਇੱਕ ਮੇਰੀ ਨੰਨੀ ਲੀਲਾ ਵੀ ਸੀ। ਇਹਦੀ ਉਮਰ 8 ਕੁ ਵਰ੍ਹੇ ਦੀ ਹੋਵੇਗੀ। ਮੇਰਾ ਦਫ਼ਤਰ ਭਾਵੇਂ ਘਰੋਂ 1.5 ਕੁ ਮੀਲ ਸੀ, ਪਰ ਜਾਇਆ ਮੈਂ ਪੈਦਲ ਹੀ ਕਰਦਾ ਸਾਂ। ਰਾਹ ਵਿੱਚ ਬੱਚਿਆਂ ਦੇ ਖੇਡ ਪਾਰਕ ਕੋਲੋਂ ਲੰਘਦਿਆਂ ਇੱਕ ਦਿਨ ਇੱਕ ਬੱਚੀ ਮੈਂ ਵੇਖੀ ਸੀ ਜੋ ਕਿ ਮੇਰੇ ਵੱਲ ਤੁਰੀ ਆ ਰਹੀ ਸੀ, ਅਤੇ ਕੋਲ ਪਹੁੰਚ ਕੇ ਝਿਜਕਦੀ ਜਿਹੀ ਨੇ ਛੇਤੀ ਨਾਲ ਮੇਰੇ ਜਿਸਮ ਨੂੰ ਹੱਥ ਲਾਇਆ ਅਤੇ ਮੁੜ ਗਈ। ਆਪਣੇ ਸਾਥੀਆਂ ਕੋਲ ਜਾ ਕੇ ਕੁਝ ਕਹਿਣ ਲੱਗ ਪਈ। ਆਪਣਾ ਰਾਹ ਛੱਡ ਕੇ ਮੈਂ ਬੱਚਿਆਂ ਕੋਲ ਚਲਿਆ ਗਿਆ। ਉਹਦੇ ਸਿਵਾ ਸਾਰੇ ਬੱਚੇ ਪਰਾਂ ਨੂੰ ਤੁਰ ਗਏ। ਉਹਨੂੰ ਪਿਆਰ ਨਾਲ ਮੈਂ ਪੁੱਛਿਆ ਕਿ ਉਸਨੇ ਕਿਉਂ ਮੈਨੂੰ ਇਸ ਤਰ੍ਹਾਂ ਹੱਥ ਲਾਇਆ ਸੀ। ਇਹ ਸਾਰੇ ਕਹਿੰਦੇ ਸਨ ਕਿ ਅਨੋਖੀ ਟੋਪੀ ਵਾਲਾ ਭਾਈ ਬੱਚਿਆਂ ਨੂੰ ਖਾ ਜਾਂਦਾ ਹੈ। ਮੈਂ ਕਹਿੰਦੀ ਸਾਂ, ਤੁਸੀਂ ਚੰਗੇ ਆਦਮੀ ਹੋ। ਇਹਨਾਂ ਨੇ ਆਖਿਆ, ਫਿਰ ਹੱਥ ਲਾ ਕੇ ਦੱਸ ਦੇ। ਹੁਣ ਕਹਿਣਾ ਤਾਂ ਉਸ ਬੱਚੇ ਨੇ ਦੱਸਤਾ ਵੀ ਇਹ ਬੱਚੇ ਤੇ ਤੁਹਾਡੇ ਵਾਲੇ ਕਹਿੰਦੇ ਨੇ ਵੀ ਇਹਦੀ ਟੋਪੀ, ਪੱਗ ਨੂੰ ਟੋਪੀ ਕਹਿੰਦੀਆਂ ਸੀਗੀਆਂ। ਠੀਕ ਹੈ, ਹੁਣ ਵੀ ਇਹ ਤਾਂ ਬੱਚਿਆਂ ਨੂੰ ਖਾ ਜਾਂਦਾ ਹੈਗਾ। ਤਾਂ ਉਹਨੇ ਕਿਹਾ ਵੀ ਜੇ ਤੈਨੂੰ ਇਹ ਲੱਗਦਾ ਵੀ ਠੀਕ ਹੈਗਾ ਤੂੰ ਉਹਨੂੰ ਹੱਥ ਲਾ ਕੇ ਦਿਖਾ। ਉਹ ਆਪਣੀਆਂ ਭੂਰੀਆਂ ਅੱਖਾਂ ਚੁੱਕ ਕੇ ਮੇਰੇ ਵੱਲ ਤੱਕਦਿਆਂ ਕਿਹਾ। ਉਹਨੂੰ ਅਤੇ ਉਹਦੇ ਸਾਥੀਆਂ ਨੂੰ ਆਪਣੇ ਦੇਸ਼ ਦੇ ਕੁਝ ਸਿੱਕੇ ਦੇ ਕੇ ਮੈਂ ਚਲੇ ਆਇਆ, ਅਤੇ ਦਿਲ ਵਿੱਚ ਸੋਚਦਾ ਸਾਂ ਕਿ ਇਹਨਾਂ ਮਾਸੂਮਾਂ ਦੇ ਘਰ ਵਿੱਚ ਪਰਦੇਸੀਆਂ ਦੀਆਂ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਹੋਣਗੀਆਂ। ਵੱਖਰੇ ਰੰਗ ਅਤੇ ਵੱਖਰੀ ਪੋਸ਼ਾਕ ਵਾਲਿਆਂ ਨੂੰ ਸ਼ੱਕ ਦੀ ਨਜ਼ਰੇ ਉਹ ਵੇਖਦੇ ਹੋਣਗੇ। ਬੱਚੇ ਆਪਣੇ ਮਾਪਿਆਂ ਦੀ ਆਤਮਾ ਦੀ ਖਿੜਕੀ ਹੁੰਦੇ ਨੇ। ਹੁਣ ਇੱਥੇ ਲੇਖਕ ਦੱਸਦਾ ਵੀ ਬੱਚੇ ਚੰਗੇ ਮਾੜੇ ਦੀ ਪਛਾਣ ਨਹੀਂ ਕਰ ਸਕਦੇ। ਜਿਸ ਤਰ੍ਹਾਂ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਗੱਲਾਂ ਕਰਦੇ ਨੇ, ਬੱਚਿਆਂ ਦੀ ਸੋਚਣੀ ਹੈ ਜਿਹੜੀ ਕਿਸੇ ਗੱਲ ਬਾਰੇ ਨਜ਼ਰੀਆ ਉਸ ਤਰ੍ਹਾਂ ਦਾ ਹੀ ਬਣ ਜਾਂਦਾ ਹੈ। ਇਸ ਕਰਕੇ ਹੀ ਬੱਚੇ ਉਹਦੇ ਤੋਂ ਡਰਦੇ ਸੀਗੇ। ਇੱਕ ਦਿਨ ਪਬਲਿਕ ਲਾਇਬ੍ਰੇਰੀ ਦੇ ਵਿੱਚ ਮੈਂ ਕਿਤਾਬਾਂ ਵੇਖ ਰਿਹਾ ਸੀ ਕਿ ਪਿੱਛੋਂ ਦੀ ਕੋਈ ਮੇਰੇ ਨਾਲ ਆ ਲੱਗਿਆ। ਇਹ ਲੀਲਾ ਬੱਚੀ ਸੀ। ਉਹ ਮੈਨੂੰ ਆਪਣੇ ਸਾਥੀਆਂ ਨਾਲ ਜਾਣੂ ਕਰਾਉਣਾ ਚਾਹੁੰਦੀ ਸੀ। ਉਸ ਦੀ ਉਮਰ ਦੇ ਮੁੰਡੇ ਕੁੜੀਆਂ ਉਹਦੇ ਨਾਲ ਸਨ। ਫਿਰ ਇੱਕ ਦਿਨ ਉਹ ਮੈਨੂੰ ਉੱਥੇ ਹੀ ਮਿਲੀ ਅਤੇ ਕਹਿਣ ਲੱਗੀ ਕਿ ਉਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਹੈ ਕਿ ਮੈਂ ਉਹਨਾਂ ਦੇ ਸਕੂਲ ਆਵਾਂ। ਛੇਤੀ ਹੀ ਸਮਾਂ ਕੱਢ ਕੇ ਮੈਂ ਉਹਦੇ ਸਕੂਲ ਗਿਆ। ਉਹ ਫੁੱਲੀ ਨਹੀਂ ਸੀ ਸਮਾ ਰਹੀ ਕਿ ਉਹਦਾ ਮਿਸਟਰ ਸਿੰਘ ਅੱਜ ਉਹਦੀ ਪ੍ਰਿੰਸੀਪਲ ਦਾ ਮਹਿਮਾਨ ਸੀ, ਅਤੇ ਉਸਤਾਦਣੀਆਂ ਅਤੇ ਸਿਆਣੇ ਬੱਚੇ ਉਹਦੇ ਮਗਰ ਫਿਰ ਰਹੇ ਸੀ। ਉਸਤਾਦਣੀਆਂ ਮਤਲਬ ਟੀਚਰਾਂ। ਉਹਨਾਂ ਦੇ ਖਿਆਲ ਵਿੱਚ ਹਰੇਕ ਹਿੰਦੁਸਤਾਨੀ ਕਿਸਮ ਦਾ ਦੱਸਣ ਵਿੱਚ ਮਾਹਰ ਹੁੰਦਾ ਹੈ। ਕਈਆਂ ਦੇ ਹੱਥ ਵੇਖ ਕੇ ਮੈਂ ਕਈਆਂ ਨੂੰ ਹਸਾਇਆ। ਬੜੀ ਚਾਹ ਨਾਲ ਲੀਲਾ ਮੈਨੂੰ ਮਿਲਦੀ ਰਹੀ। ਉਹ ਮੈਨੂੰ ਹੁਣ ਛੇਤੀ ਵੱਡੀ ਹੁੰਦੀ ਜਾਪਣ ਲੱਗ ਪਈ ਸੀ, ਅਤੇ ਜਦੋਂ ਯਾਦ ਕਰਦੀ ਸੀ ਕਿ ਉਸ ਮੈਨੂੰ ਹੱਥ ਲਾ ਕੇ ਪਰਖਣਾ ਚਾਹਿਆ ਸੀ ਕਿ ਮੈਂ ਵਾਢੂ ਤਾਂ ਨਹੀਂ, ਤਾਂ ਉਹ ਖਿੜ ਕੇ ਹੱਸ ਪੈਂਦੀ ਸੀ। ਵਾਢੂ ਦਾ ਮਤਲਬ ਵੀ ਵੱਢਣ ਵਾਲਾ। ਨਿੱਕੀਆਂ ਚੀਜ਼ਾਂ ਅਸੀਂ ਇੱਕ ਦੂਜੇ ਨੂੰ ਦਿੰਦੇ। ਜਦੋਂ ਕਦੇ ਉਹ ਮੈਨੂੰ ਮਿਲ ਪੈਂਦੀ ਤਾਂ ਕਈ ਦਿਨ ਮੈਂ ਬੜਾ ਖੁਸ਼ ਰਹਿੰਦਾ। ਜਦੋਂ ਕਦੇ ਉਹਨੂੰ ਨਵੀਂ ਖੁਸ਼ੀ ਮਿਲਦੀ, ਉਹ ਬੱਚਿਆਂ ਦੇ ਕੈਂਪ ਤੋਂ ਵਾਪਸ ਆਉਂਦੀ ਜਾਂ ਉਹ ਨਵੇਂ ਸਮਾਏ ਕੱਪੜੇ ਪਾਉਂਦੀ, ਤਾਂ ਉਹ ਜ਼ਰੂਰ ਮੈਨੂੰ ਮਿਲਣ ਆਉਂਦੀ।
ਮੈਂ ਰੋਜ਼ਾਨਾ ਉਹਨਾਂ ਦੇ ਘਰ ਅੱਗੋਂ ਦੀ ਲੰਘਦਾ ਸਾਂ। ਇੱਕ ਦਿਨ ਬਰਫ਼ ਪੈ ਰਹੀ ਸੀ। ਮੈਂ ਨੀਵੇਂ ਧਿਆਨ ਤੁਰਿਆ ਜਾ ਰਿਹਾ ਸਾਂ। ਕੋਈ ਬੱਚਾ ਸੜਕ ਦੇ ਪਰਲੇ ਪਾਸਿਓਂ ਦੌੜਦਾ ਹੋਇਆ ਮੇਰੇ ਪਾਸੇ ਨਾਲ ਲੱਗ ਪਿਆ। ਲੀਲਾ, ਇਸ ਤਰ੍ਹਾਂ ਸੜਕ ਪਾਰ ਨਹੀਂ ਕਰੀਦੀ, ਵੇਖ ਕਿੰਨੀਆਂ ਮੋਟਰਾਂ। ਮੈਂ ਉਹਦੇ ਸੁਨਹਿਰੀ ਕੁੰਡਲਾਂ ਤੋਂ ਬਰਫ਼ ਦੇ ਗੋੜੇ ਝਾੜਦਿਆਂ ਆਖਿਆ, ਪਰ ਮੰਮੀ ਨੇ ਆਖਿਆ ਸੀ, ਇਸ ਐਤਵਾਰ ਤੁਸੀਂ ਸਾਡੇ ਘਰ ਚਾਹ ਪੀਵੋ। ਅਤੇ ਤੁਹਾਨੂੰ ਵੇਖ ਕੇ ਮੈਨੂੰ ਕੁਝ ਦਿਸਿਆ ਹੀ ਨਹੀਂ। ਉਸਨੇ ਕਾਹਲੀ ਕਾਹਲੀ ਸਾਹ ਲੈਂਦਿਆਂ ਮੇਰੀਆਂ ਲੱਤਾਂ ਨੂੰ ਜੱਫੀ ਪਾ ਲਈ। ਹੁਣ ਕਹਿਣ ਦਾ ਮਤਲਬ ਉਹਨੂੰ ਜਿਹੜੀ ਹੈ ਲੇਖਕ ਨੂੰ ਮਿਲਣ ਦੀ ਕਾਹਲੀ ਸੀਗੀ, ਇਸ ਕਰਕੇ ਉਹਨੇ ਟ੍ਰੈਫਿਕ ਵੀ ਨਹੀਂ ਸੀ ਦੇਖਿਆ, ਆਪਣੀ ਜਾਨ ਦੀ ਪਰਵਾਹ ਵੀ ਨਹੀਂ ਸੀ ਕੀਤੀ। ਸਾਡੀ ਦੋਸਤੀ ਵਿੱਚ ਦਿਨੋਂ ਦਿਨ ਨਿੱਘ ਵੱਧਦਾ ਗਿਆ। ਇਸ ਦੋਸਤੀ ਦੇ 1 ਵਰ੍ਹੇ ਬਾਅਦ ਮੇਰਾ ਯੰਗਸਟਨ ਤੋਂ ਜਾਣ ਦਾ ਸਮਾਂ ਆ ਗਿਆ। ਇੱਥੇ ਮੈਨੂੰ ਇਹੋ ਜਿਹੇ ਦੋਸਤ ਨਸੀਬ ਹੋਏ ਸਨ ਜਿਨ੍ਹਾਂ ਕੋਲੋਂ ਵਿਛੜਨਾ ਜ਼ਿੰਦਗੀ ਦੇ ਸਾਰੇ ਵਸਲਾਂ ਦੀ ਯਾਦ ਲੈ ਆਉਂਦਾ। ਮਤਲਬ ਕਹਿਣ ਦਾ ਭਾਵ ਕੀ ਹੈਗਾ ਵੀ ਉਹਨੂੰ ਉਹਦਾ ਜਿਹੜੇ ਇੱਥੋਂ ਜਾਣ ਦੇ ਦਿਨ ਆ ਰਹੇ ਸੀ ਅਤੇ ਉਸ ਨੂੰ ਜਿਹੜਾ ਬੜਾ ਔਖਾ ਹੁੰਦਾ ਲੱਗ ਰਿਹਾ ਸੀਗਾ। ਯੰਗਸਟੋਨ ਦੀਆਂ ਸੜਕਾਂ, ਪਾਰਕਾਂ, ਬੱਸਾਂ ਸਭ ਨਾਲ ਮੇਰਾ ਪਿਆਰ ਪੈ ਗਿਆ ਸੀ। ਇੱਥੋਂ ਤੱਕ ਕਿ ਯੰਗਸਟੋਨ ਦੇ ਕਾਰਖਾਨਿਆਂ ਦੀਆਂ ਚਿਮਨੀਆਂ 'ਚ ਉੱਠਦੇ ਧੂੰਏਂ ਦੇ ਕੁੰਡਲਾਂ ਨਾਲ ਵੀ ਮੈਂ ਗੱਲਾਂ ਕੀਤੀਆਂ ਸੀ। ਇਹਦੇ ਆਲੇ ਦੁਆਲੇ 40-40 ਮੀਲ ਤੱਕ ਪਿੰਡਾਂ ਵਿੱਚ ਸਾਥੀਆਂ ਨਾਲ ਪਿਕਨਿਕਾਂ ਕੀਤੀਆਂ ਸੀ। ਯੰਗਸਟੋਨ ਸ਼ਹਿਰ ਦੀਆਂ 2 ਕਲੱਬਾਂ ਨੇ ਮੈਨੂੰ ਵਿਦਾਇਗੀ ਦਾਵਤਾਂ ਵੀ ਦਿੱਤੀਆਂ, ਮਤਲਬ ਉਹਨੂੰ ਪਾਰਟੀਆਂ ਵੀ ਕੀਤੀਆਂ ਸੀ। ਇੱਥੇ ਮੈਨੂੰ ਅਮਰੀਕਨ ਲਿਖਾਰੀ ਹੈਰਲਡ ਆਈਗੋ ਨਾਲ ਮਿਲਣ ਦਾ ਅਵਸਰ ਹੁੰਦਾ ਮੌਕਾ। ਇਸ ਲਿਖਾਰੀ ਨੂੰ ਡਰਾਮੇ ਵਿੱਚ ਕੌਮੀ ਪ੍ਰਸਿੱਧੀ ਮਿਲੀ ਸੀ ਅਤੇ ਉਸਨੇ ਮੇਰੇ ਕਈ ਇੰਟਰਵਿਊ ਅਖਬਾਰਾਂ ਨੂੰ ਦਿੱਤੇ। ਜਦੋਂ 1933 ਵਿੱਚ ਮੈਂ ਪ੍ਰੀਤਲੜੀ ਪ੍ਰਕਾਸ਼ਿਤ ਕੀਤੀ ਤਾਂ ਕਈ ਮਹੀਨੇ ਆਈਗੋ ਦੇ ਲੇਖ ਵੀ ਜਿਹੜਾ ਲੇਖਕ ਹੈ ਉਸ ਰਸਾਲੇ ਦੇ ਵਿੱਚ ਛਾਪਦਾ ਰਿਹਾ। ਇਹੋ ਜਿਹੇ ਦੋਸਤਾਂ ਕੋਲੋਂ ਨਿਖੜ ਕੇ ਮੈਂ ਘਰੇ ਮੁੜਨਾ ਸੀ, ਪਰ ਘਰੇ ਇੱਧਰ ਆਉਂਦਿਆਂ ਮੇਰੇ ਦਿਲ 'ਚੋਂ ਨੂੰ ਕੁਝ ਨਹੀਂ ਸੀ ਹੋਇਆ ਅਤੇ ਜੋ ਕੁਝ ਇੱਥੋਂ ਜਾਣ ਲੱਗਿਆ ਮੈਨੂੰ ਹੋ ਰਿਹਾ ਸੀ। ਜਦੋਂ ਮੈਂ ਅੱਖਾਂ ਮਲਦੀ ਲੀਲਾ ਨੂੰ ਵਿਦਾਇਗੀ ਦੀ ਆਖਰੀ ਲਫ਼ਜ਼ ਕਹਿ ਰਿਹਾ ਸਾਂ, ਇੱਕ 27 ਵਰ੍ਹੇ ਦਾ ਆਦਮੀ ਆਪਣੀ 9 ਸਾਲਾਂ ਦੀ ਬੱਚੀ ਕੋਲੋਂ ਨਹੀਂ ਸੀ ਨਿਕਲ ਰਿਹਾ। ਇੱਕ ਬੇਉਮਰ ਦਿਲ ਆਪਣੀ ਧੜਕਣ ਨਾਲ ਮਿਲ ਕੇ ਸਮੇਂ ਦੀ ਸਦੀਵਤਾ ਵਿੱਚ ਕੋਈ ਭੁੱਲ ਛਿਨ ਟੁਣਕਾ ਰਿਹਾ ਸੀ। ਮੇਰੇ ਮਿੱਤਰ ਮੈਨੂੰ ਰੇਲਵੇ ਸਟੇਸ਼ਨ ਉੱਤੇ ਛੱਡਣ ਆਏ। ਸਮਾਂ ਅੱਧੀ ਰਾਤ ਦਾ ਸੀ। ਕੁਝ ਇਸਤਰੀਆਂ ਵੀ ਸੀ। ਉਹਨਾਂ ਵਿੱਚੋਂ 1-2 ਉਸ ਜਮਾਤ ਦੀਆਂ ਵੀ ਸੀਗੀਆਂ ਜਿਨ੍ਹਾਂ ਲਈ ਕਿਸੇ ਰੰਗ ਵਾਲੇ ਆਦਮੀ ਨਾਲ ਕਿਸੇ ਤਰ੍ਹਾਂ ਦੀ ਨੇੜਤਾ ਧਰਤੀ ਪਾਟ ਜਾਣ ਦੇ ਬਰਾਬਰ ਸਮਝੀ ਜਾਂਦੀ ਸੀ। ਕਹਿਣਾ ਮਤਲਬ ਕੀ ਹੈ, ਉੱਥੇ ਰੰਗ ਭੇਦ ਦਾ ਜਿਹੜਾ ਬੋਲਬਾਲਾ ਸੀਗਾ ਵੀ ਜਿਸ ਤਰ੍ਹਾਂ ਸਾਡੇ ਭਾਰਤੀ ਲੋਕਾਂ ਨੂੰ ਉੱਥੇ ਕਾਲੇ ਲੋਕ ਮੰਨਿਆ ਜਾਂਦਾ ਵੀ ਉਹਦੇ ਨਾਲ ਮਿਲਣਾ ਜੁਲਣਾ ਜਾਂ ਗੱਲਬਾਤ ਕਰਨਾ ਬਹੁਤ ਮਾੜਾ ਸਮਝਿਆ ਜਾਂਦਾ ਸੀਗਾ। ਅਤੇ ਰੰਗ ਦੇ ਖਿਲਾਫ ਅਮਰੀਕਨ ਲੋਕਾਂ ਦਾ ਤੁੱਸ ਹੁੰਦਾ ਭੇਦਭਾਵ ਦੀ ਭਾਵਨਾ ਰੂਹਾਨੀ ਬਚਪਨ ਦੀ ਸੂਚਨਾ ਹੈ। ਐਡੇ ਅਮੀਰ ਸਾਇੰਸ ਅਤੇ ਹੁਨਰ ਵਿੱਚ ਐਡੇ ਅਗਾਂਹ-ਵਧੂ ਲੋਕਾਂ ਨੇ ਮਨੁੱਖੀ ਗਿਆਨ ਵਿੱਚ ਅਜੇ ਬਾਲਪਨ ਦੀ ਹੱਦ ਵੀ ਨਹੀਂ ਟੱਪੀ। ਹੁਣ ਲੇਖਕ ਨੂੰ ਲੱਗਦਾ ਵੀ ਜਿਹੜੇ ਇੰਨੇ ਇਹ ਸਾਇੰਸ ਅਤੇ ਹੁਨਰਾਂ ਦੇ ਵਿੱਚ ਤਾਂ ਇਹ ਐਡੇ ਸਾਇੰਸ ਦਾ ਅਗਾਂਹ-ਵਧੂ ਨੇ, ਪਰ ਕਹਿੰਦਾ ਮੈਨੂੰ ਐਂ ਲੱਗਦਾ ਵੀ ਜਿਹੜਾ ਉਹ ਲੋਕਾਂ ਦੇ ਨਾਲ ਰੰਗ ਦੇ ਆਧਾਰ ਦੇ ਉੱਤੇ ਭੇਦਭਾਵ ਕਰਦੇ ਨੇ, ਵੀ ਐਂ ਲੱਗਦਾ ਵੀ ਜਿਹੜਾ ਉਹ ਜੋ ਬਚਪਨ ਦੀ ਅਵਸਥਾ 'ਚ ਨੇ ਉਹਨਾਂ ਦੀ ਡੂੰਘੀ ਸੂਝ-ਬੂਝ ਨਹੀਂ ਹੈਗੀ। ਅਮਰੀਕਨ ਮਾਪਿਆਂ ਨਾਲੋਂ ਉਹਨਾਂ ਦੀ ਬੱਚੀ ਹੀ ਵਧੇਰੇ ਸਿਆਣੀ ਨਿਕਲੀ ਸੀ, ਜਿਸ ਨੇ ਹੱਥ ਲਾ ਕੇ ਅਜਮਾ ਲੈਣ ਦੀ ਦਲੇਰੀ ਕਰ ਲਈ ਸੀ। ਇੱਥੇ ਹੁਣ ਉਹ ਲੀਲਾ ਬਾਰੇ ਦੱਸਦਾ, ਠੀਕ ਹੈ, ਕਹਿੰਦਾ ਹੈਗਾ ਕਿ ਕਾਲੇ ਆਦਮੀ ਬੱਚੇ ਖਾਣੇ ਤਾਂ ਨਹੀਂ ਹੁੰਦੇ, ਅਤੇ ਉਸਨੇ ਆਪਣੀ ਮਾਂ ਨੂੰ ਵੀ 1 ਵਰ੍ਹੇ ਵਿੱਚ ਆਪਣੀ ਸੱਚਾਈ ਦਾ ਕਾਇਲ ਕਰਾ ਰਿਹਾ ਸੀ। ਉਹਦੀ ਮਾਂ ਵਰਗੀਆਂ ਕੁਝ ਇੱਕ ਹੋਰ ਇਸਤਰੀਆਂ ਨੇ ਵੀ ਕਾਲੇ ਆਦਮੀ ਦੇ ਦਿਲ ਅੰਦਰ ਝਾਤ ਪਾਰਨ ਦੀ ਦਲੇਰੀ ਕਰ ਲਈ ਸੀ। ਹੈਰਾਨ ਹੋਈਆਂ ਅੱਜ ਉਹ ਅੱਧੀ ਰਾਤੀ ਮੈਨੂੰ ਸਟੇਸ਼ਨ 'ਤੇ ਛੱਡਣ ਆਈਆਂ ਹੋਈਆਂ ਸੀ। ਪਲੈਟਫਾਰਮ ਉੱਤੇ ਮੇਰੇ ਆਲੇ ਦੁਆਲੇ ਚਿੱਟੀਆਂ ਇਸਤਰੀਆਂ ਦੀ ਭੀੜ ਵੇਖ ਕੇ ਅਮਰੀਕਨ ਆਦਮੀ ਪੱਜ ਪਾ ਕੇ ਸਾਡੇ ਕੋਲ ਦੀ ਲੰਘਦੇ ਸਨ। ਪੱਜ ਪਾ ਕੇ ਹੁੰਦਾ ਵੀ ਕਿਸੇ ਬਹਾਨੇ ਦੇ ਨਾਲ ਉਹਨਾਂ ਦੇ ਕੋਲ ਦੀ ਲੰਘਦੇ ਸੀ। ਦੂਜੀ ਸਵੇਰ ਮੈਂ ਡੀਟਰਾਇਟ ਪਹੁੰਚ ਗਿਆ। ਡੀਟਰਾਇਟ ਅਮਰੀਕਾ ਦਾ ਇੱਕ ਬੜਾ ਵੱਡਾ ਸਨਅਤੀ ਸ਼ਹਿਰ ਹੈ। ਇੱਥੇ ਹੈਨਰੀ ਫੋਰਡ ਦਾ ਵੱਡਾ ਕਾਰਖਾਨਾ ਹੈ। ਇਸ ਕਾਰਖਾਨੇ ਨੂੰ ਵੇਖ ਲੈਣਾ ਵੀ ਜ਼ਿੰਦਗੀ ਦਾ ਇੱਕ ਵੱਡਾ ਤਜਰਬਾ ਸੀ ਅਤੇ ਹੈਨਰੀ ਫੋਰਡ ਨੂੰ ਮਿਲ ਲੈਣਾ ਇੱਕ ਵੱਡੀ ਪ੍ਰੇਰਨਾ ਸੀ। ਉਨੀ ਦਿਨੀ ਵੀ 5000 ਮੋਟਰਾਂ ਰੋਜ਼ਾਨਾ ਤਿਆਰ ਹੋ ਕੇ ਜਾਂਦੀਆਂ ਸੀ ਇਸ ਜਗ੍ਹਾ ਤੋਂ, ਠੀਕ ਆ, ਡੀਟਰਾਇਟ ਦੇ ਵਿੱਚੋਂ। ਤਾਂ ਡੀਟਰਾਇਟ ਵੇਖਣ ਤੋਂ ਬਾਅਦ ਜਿਹੜਾ ਲੇਖਕ ਹੈਗਾ ਉਹ ਅੱਗੇ ਨਾਇਗਰਾ ਫਾਲ ਦੇਖਣ ਗਿਆ, ਠੀਕ ਹੈ। ਅੱਜ ਛੋਟੇ ਟੌਪਿਕ ਨੇ ਵੀ ਆਪਾਂ ਅੱਜ ਪੜ੍ਹ ਲੈਣੇ ਨੇ ਬੇਟਾ। ਇਹ ਦੁਨੀਆ ਦੀ ਸਭ ਤੋਂ ਵੱਡੀ ਝਾਲ ਹੈ। ਨਾਇਗਰਾ ਦਰਿਆ 168 ਫੁੱਟ ਦੀ ਉਚਾਈ ਤੋਂ ਹੇਠਾਂ ਡੁੱਬਦਾ ਹੈ। ਇਹਨੂੰ ਵੈਸੇ ਆਪਾਂ ਨਿਆਗਰਾ ਫਾਲਸ ਕਹਿੰਦੇ ਹਾਂ ਜਦੋਂ ਆਪਾਂ GK ਵਗੈਰਾ ਦੇ ਕੁਐਸਚਨ ਯਾਦ ਕਰਦੇ ਨਾ ਵੀ ਸਭ ਤੋਂ ਉੱਚੀ ਜਿਹੜਾ ਹੈ ਕਿ ਫਾਲ ਕਿਹੜਾ ਹੈਗਾ, ਆਪਾਂ ਨਿਆਗਰਾ ਫਾਲ ਕਹਿੰਦੇ ਹੈਗੇ ਹਾਂ, ਠੀਕ ਹੈ। ਅਤੇ ਗੱਜ ਵੱਜ ਕੇ ਕੁਦਰਤ ਤਾਕਤ ਅਤੇ ਰੌਸ਼ਨੀ ਦਾ ਸੰਦੇਸ਼ ਮਨੁੱਖ ਨੂੰ ਦਿੰਦੀ ਹੈ। ਬੜਾ ਅਨੋਖਾ ਅਸਰ ਮਨੁੱਖੀ ਦਿਮਾਗ ਉੱਤੇ ਇਸ ਦਿਨ ਰਾਤ ਇੱਕੋ ਤਾਲ ਵਿੱਚ ਗੱਜਦੇ ਅਤੇ ਪਾਸਿਆਂ ਤੋਂ ਚਾਂਦੀ ਘੁੰਗਰੀਆਂ ਵਿੱਚ ਛਣਕਦੇ ਸੰਕੇਤ ਦਾ ਹੁੰਦਾ ਹੈ।
ਕਈ ਰਵਾਇਤਾਂ ਇਹਦੇ ਪਾਸੇ ਬਾਰੇ ਤੁਰੀਆਂ ਹੋਈਆਂ ਨੇ। ਤਾਕਤ ਤੇ ਰੌਸ਼ਨੀ ਦਾ ਸੰਦੇਸ਼ ਤਾਂ ਅਮਰੀਕਨ ਇੰਜੀਨੀਅਰਾਂ ਨੇ ਲੈ ਲਿਆ, ਸ਼ਹਿਰਾਂ ਦੇ ਸ਼ਹਿਰ ਰੁਸ਼ਨਾ ਦਿੱਤੇ, ਕਾਰਖਾਨੇ ਘੁਮਾ ਦਿੱਤੇ, ਪਰ ਆਸ਼ਿਕਾਂ ਨੇ ਵੀ ਕੋਈ ਸੰਦੇਸ਼ ਇਸ਼ਕ ਦਾ ਸੁਣ ਲਿਆ। ਆਖਿਆ ਜਾਂਦਾ ਹੈ ਕਿ ਇੱਕ ਮਨਮੋਹਨੀਆਂ ਦੀ ਮੋਹਣੀ ਮੂਰਤ ਹਨੇਰੀਆਂ ਰਾਤਾਂ ਵਿੱਚ ਇਸ ਝਾਲ ਵਿੱਚ ਚਾਂਦੀ ਘੁੰਗਰਾਂ ਉੱਤੇ ਨੱਚਦੀ ਹੈ। ਦਿਸਦੀ ਉਹਨਾਂ ਨੂੰ ਹੀ ਹੈ ਜਿਨ੍ਹਾਂ ਦੇ ਦਿਲ ਵਿੱਚ ਇਸ਼ਕ ਦਾ ਕੋਈ ਸੋਜ਼ ਹੁੰਦਾ ਹੈ। ਮਤਲਬ ਕਹਿਣ ਦਾ ਭਾਵ ਕੀ ਹੈਗਾ ਵੀ ਆਮ ਤੌਰ 'ਤੇ ਆਪਾਂ ਨੂੰ ਸਾਰਿਆਂ ਨੂੰ ਆਦਤ ਹੁੰਦੀ ਹੈ ਵੀ ਕੋਈ ਵੀ ਜਿਹੜੀ ਹੈਗੀ ਆ ਇਸ ਤਰ੍ਹਾਂ ਕੁਦਰਤ ਦੀ ਕਾਰੀਗਰੀ ਹੋਵੇ ਤਾਂ ਫਿਰ ਲੋਕ ਮਿੱਥ ਕਥਾਵਾਂ ਹਮੇਸ਼ਾ ਘੜ ਹੀ ਲੈਂਦੇ ਨੇ। ਠੀਕ ਆ। ਕੋਈ ਆਸ਼ਿਕ ਸਦਾ ਵਿਛੜੀਆਂ ਆਪਣੀਆਂ ਪ੍ਰੀਤਮਾਵਾਂ ਦੇ ਮੁੱਖ ਵੇਖਣ ਲਈ ਕਈ ਹਨੇਰੀਆਂ ਰਾਤਾਂ ਉੱਥੇ ਆ ਕੇ ਗੁਜ਼ਾਰਦੇ ਨੇ, ਅਤੇ ਮੈਂ ਇੱਕ ਦਿਨ ਦੀ ਵੰਡ ਹੀ ਉੱਥੇ ਲਈ ਕਰਕੇ ਆਇਆ ਸਾਂ। 2 ਦਿਨ ਅਤੇ 2 ਰਾਤਾਂ ਉੱਥੇ ਜਾ ਨਾ ਸਕਿਆ। ਨਾਇਗਰਾ ਫਾਲ ਦੇ ਸ਼ੋਰ ਵਿੱਚ ਇੱਕ ਅਨੋਖਾ ਅਮਨ ਹੈ। ਇਹਦੀ ਤਾਲ ਭਰੀ ਗਰਜ ਵਿੱਚ ਇੱਕ ਅਨੋਖੀ ਖਾਮੋਸ਼ੀ ਹੈ। ਇਹਦੇ ਛਣਕਦੇ ਪਾਣੀ ਮਨੁੱਖੀ ਦਿਲ ਵਿੱਚ ਕਈ ਨਵੇਂ ਇਰਾਦੇ ਅਤੇ ਕਈ ਨਵੇਂ ਹੰਭਲੇ ਉਛਾਲਦੇ ਨੇ। ਨਵੇਂ ਇਰਾਦੇ ਅਤੇ ਨਵੇਂ ਹੰਭਲੇ ਮਨੁੱਖੀ ਹੋਣ ਦੀ ਲੰਬੀ ਸੜਕ ਉੱਤੇ ਇਨਕਲਾਬੀ ਮੋੜ ਬਣ ਜਾਂਦੇ ਨੇ। ਅੱਗੇ ਹੈ ਵਾਸ਼ਿੰਗਟਨ। ਮਤਲਬ ਨਿਆਗਰਾ ਫਾਲ ਵਾਲੇ ਇੰਨਾ ਕੀ ਦੱਸਿਆ ਹੈਗਾ ਵੀ ਉੱਚਾ ਹੈ ਅਤੇ ਇੱਥੇ ਲੋਕ ਆਪਣੀਆਂ ਖਾਹਿਸ਼ਾਂ ਪੂਰੀਆਂ ਕਰਨ ਲਈ ਆਉਂਦੇ ਨੇ, ਹੈ ਨਾ। ਇਸ ਤਰ੍ਹਾਂ ਲੇਖਕ ਕਹਿੰਦਾ ਵੀ ਮੈਂ ਵੀ ਇੱਥੇ ਜਾਣਾ ਚਾਹੁੰਦਾ ਸੀ, ਬਹੁਤਾ ਟਾਈਮ ਨਹੀਂ ਰੁਕ ਸਕਿਆ, ਹੈ ਨਾ। ਅਤੇ ਨਾਇਗਰਾ ਤੋਂ ਮੈਂ ਵਾਸ਼ਿੰਗਟਨ ਆਇਆ। ਅਮਰੀਕਨ ਕੌਮ ਦੇ ਪਿਤਾ ਵਾਸ਼ਿੰਗਟਨ ਦਾ ਇਹ ਸ਼ਹਿਰ ਦੁਨੀਆ ਦੀਆਂ ਸਭ ਰਾਜਧਾਨੀਆਂ ਤੋਂ ਨਿਰਾਲਾ ਹੈ। ਹੁਣ ਇਹ ਅਮਰੀਕਾ ਦੀ ਰਾਜਧਾਨੀ ਹੈ ਵਾਸ਼ਿੰਗਟਨ। ਠੀਕ ਆ। ਇੱਥੇ ਰਾਜਧਾਨੀਆਂ ਵਰਗਾ ਗਾਹੜ ਨਹੀਂ। ਇਹਦਾ ਵਾਯੂਮੰਡਲ ਵੱਡੇ ਸ਼ਹਿਰਾਂ ਦੇ ਮੁਕਾਬਲੇ ਬੜਾ ਨਿਰਮਲ ਹੈ। ਇੱਥੋਂ ਦੀਆਂ ਇਮਾਰਤਾਂ ਨਿਊਯਾਰਕ ਅਤੇ ਸ਼ਿਕਾਗੋ ਦੀਆਂ ਇਮਾਰਤਾਂ ਵਾਂਗ ਧਰਤੀ ਤੋਂ ਉੱਪਰ ਆਕਾਸ਼ ਨਾਲ ਗੱਲਾਂ ਨਹੀਂ ਕਰਦੀਆਂ। ਇਹ ਆਕਾਸ਼ੀ ਨਹੀਂ, ਧਰਤੀ ਦਾ ਸ਼ਹਿਰ ਦਿਸਦਾ। ਹੁਣ ਕਹਿਣ ਦਾ ਮਤਲਬ ਕੀ ਹੈ, ਜਿਹੜੀ ਰਾਜਧਾਨੀ ਹੁੰਦੀ ਆ ਆਮ ਤੌਰ 'ਤੇ ਉਹ ਬਹੁਤ ਹੀ ਸੰਘਣੀ ਵਸੋਂ ਵਾਲੀ ਹੁੰਦੀ ਹੈ ਅਤੇ ਉੱਥੇ ਬੜੀਆਂ ਉੱਚੀਆਂ ਉੱਚੀਆਂ ਇਮਾਰਤਾਂ ਹੁੰਦੀਆਂ ਨੇ। ਜਿਵੇਂ ਅਸੀਂ ਆਪਣੇ ਦੇਸ਼ ਦੀ ਰਾਜਧਾਨੀ ਬਾਰੇ ਗੱਲ ਕਰੀਏ, ਜੇ ਦਿੱਲੀ ਦੀ ਗੱਲ ਕਰੀਏ ਤਾਂ ਉੱਥੇ ਇਸ ਤਰ੍ਹਾਂ ਨਹੀਂ ਹੈਗਾ। ਅਤੇ ਪਬਲਿਕ ਇਮਾਰਤਾਂ ਦਾ ਰੰਗ ਵੀ ਬਹੁਤਾ ਕਰਕੇ ਚਿੱਟਾ ਹੈ। ਇਮਾਰਤਾਂ ਹੈਣ ਵੀ ਸਾਦੀਆਂ ਅਤੇ ਉਹਨਾਂ ਦੀ ਆਕਾਸ਼ ਲਕੀਰ ਨਿਊਯਾਰਕ ਵਾਂਗ ਉਧੜੀ ਗੁਦੜੀ ਵੀ ਨਹੀਂ ਹੈ। ਅਮਰੀਕਨ ਪ੍ਰਧਾਨ ਦਾ ਚਿੱਟਾ ਘਰ ਮਹਿਲਾਂ ਵਾਂਗ ਸਹਿਮ ਜਾਣਾ ਵਾਲਾ ਵੀ ਨਹੀਂ ਹੈ। ਲੰਡਨ ਦੇ ਬਕਿੰਘਮ ਮਹਿਲ ਅਤੇ ਦਿੱਲੀ ਦੇ ਰਾਸ਼ਟਰਪਤੀ ਭਵਨ ਦੇ ਸਾਹਮਣੇ ਅਮਰੀਕਨ ਪ੍ਰਧਾਨ ਦਾ ਘਰ ਕੋਈ ਰਿਸ਼ੀ ਆਸ਼ਰਮ ਵਰਗਾ ਲੱਗਦਾ ਹੈ। ਰਿਸ਼ੀ ਆਸ਼ਰਮ ਕਿਹੜਾ ਹੁੰਦਾ ਵੀ ਜਿਹੜਾ ਬਿਲਕੁਲ ਹੀ ਜੰਗਲਾਂ ਦੇ ਵਿੱਚ ਬਣਿਆ ਹੋਵੇ, ਸਿੱਧਾ ਸਾਦਾ ਹੋਵੇ। ਤਾਂ ਇਸ ਤਰ੍ਹਾਂ ਕਹਿੰਦਾ ਵੀ ਜਿਹੜਾ ਅਮਰੀਕਨ ਜਿਹੜੀ ਰਾਜਧਾਨੀ ਹੈ ਉਹਦੇ ਵਿੱਚ ਰਾਸ਼ਟਰਪਤੀ ਦਾ ਜਿਹੜਾ ਘਰ ਹੈ ਉਹ ਬਹੁਤਾ ਉਨਾ ਸ਼ਾਨਦਾਰ ਨਹੀਂ ਹੈਗਾ। ਇਹਦਾ ਨਾਂ ਚਿੱਟਾ ਘਰ ਮੈਨੂੰ ਬੜਾ ਚੰਗਾ ਲੱਗਿਆ ਅਤੇ ਆਪਣੇ ਘਰ ਚਿੱਠੀਆਂ ਵਿੱਚ ਮੈਂ ਵਾਸ਼ਿੰਗਟਨ ਨੂੰ ਚਿੱਟਾ ਘਰ ਹੀ ਲਿਖਿਆ ਕਰਦਾ ਸੀ। ਵਾਸ਼ਿੰਗਟਨ ਦੇ ਸੈਨੇਟ ਅਤੇ ਕਾਂਗਰਸ ਘਰ ਭਾਵੇਂ ਹੈ ਤਾਂ ਸਨ ਬੜੇ ਸੋਹਣੀ ਅਮੀਰੀ ਦੇ ਚਿੰਨ੍ਹ, ਅਤੇ ਉਹਨਾਂ ਵਿੱਚ ਲੋਕਤਾ ਦੀ ਸਾਦਗੀ ਵੀ ਸੀਗੀ। ਅਤੇ ਹੋਰ ਰਾਜਧਾਨੀਆਂ ਵਿੱਚ ਕੇਂਦਰੀ ਸਰਕਾਰ ਦਾ ਸ਼੍ਰੋਮਣੀ ਘਰ ਲੁਕਾਈ ਨਾਲੋਂ ਆਮ ਤੌਰ 'ਤੇ ਉੱਚਾ ਹੀ ਦਿਸਦਾ ਹੁੰਦਾ ਹੈ, ਪਰ ਵਾਸ਼ਿੰਗਟਨ ਮੈਨੂੰ ਚਿੱਟੀਆਂ ਯਾਦਾਂ ਅਤੇ ਨਿਰਮਾਣ ਸ਼ਿਲਪਕਾਰੀ ਦਾ ਸ਼ਹਿਰ ਲੱਗਿਆ। ਹੁਣ ਕਹਿਣ ਦਾ ਮਤਲਬ ਕੀ ਹੈ ਵੀ ਰਾਜਧਾਨੀ ਨੂੰ ਜਿਹੜਾ ਕੇਂਦਰੀ ਸਰਕਾਰ ਦਾ ਜਿਹੜਾ ਘਰ ਸੀਗਾ ਸਮਝ ਲਓ, ਉਸ ਨੂੰ ਇਹ ਬਹੁਤਾ ਜਿਵੇਂ ਆਮ ਹੁੰਦਾ ਆ ਓਨਾ ਉਹ ਜਿਹੜਾ ਹੈ ਉਸਨੂੰ ਉੱਚਾ ਨਹੀਂ ਲੱਗਿਆ, ਬਹੁਤਾ ਸ਼ਾਨਦਾਰ ਨਹੀਂ ਸੀਗਾ ਜਾਣੀ ਬਣਿਆ ਹੈ। ਅਤੇ ਜਿਸ ਯਾਦਗਾਰ ਨੇ ਮੇਰੇ ਉੱਤੇ ਡੂੰਘਾ ਅਸਰ ਪਾਇਆ ਉਹ ਮਾਊਂਟ ਵਰਨਾਨ ਉੱਤੇ ਪ੍ਰਧਾਨ ਵਾਸ਼ਿੰਗਟਨ ਦਾ ਘਰ ਸੀ, ਜਿਸ ਘਰ ਨੂੰ ਆਪਣੇ ਪਿਤਾ ਦੀ ਯਾਦ ਵਿੱਚ ਕੌਮ ਨੇ ਇਉਂ ਦਾ ਤਿਉਂ ਰੱਖਿਆ ਹੋਇਆ ਹੈ। ਜਿਵੇਂ ਪਿਤਾ ਵਾਸ਼ਿੰਗਟਨ ਵਿੱਚ ਰਹਿੰਦਾ ਹੁਣ ਵੀ ਉਸੇ ਘਰ ਵਿੱਚ ਹੈ, ਸਿਰਫ ਕਿਤੇ ਵਾਂਢੇ ਗਿਆ ਹੋਇਆ ਹੋਵੇ। ਰੋਜ਼ਾਨਾ ਉਸੇ ਤਰ੍ਹਾਂ ਘਰ ਦੇ ਪਰਦੇ ਝੜਦੇ, ਕਿਤਾਬਾਂ ਪੂੰਝੀਆਂ ਜਾਂਦੀਆਂ, ਮਾਰਥਾ ਦੇ ਚਰਖੇ ਅਤੇ ਅਟੇਰਨ ਬੇਧੂੜ ਰੱਖੇ ਜਾਂਦੇ ਨੇ। ਦਰਿਆ ਦੇ ਕੰਢੇ ਉੱਤੇ ਸ਼ਹਿਰ ਤੋਂ ਚੋਖੀ ਦੂਰ ਇਹ ਸੋਹਣੀ ਯਾਤਰਾ ਹੈ। ਹੁਣ ਕਹਿਣ ਦਾ ਭਾਵ ਕੀ ਹੈਗਾ ਵੀ ਉਹਨਾਂ ਨੇ ਜਿਹੜੇ ਆਪਣਾ ਪੁਰਾਣਾ ਉਹ ਹੈਗਾ ਪੁਰਾਣੀਆਂ ਇਮਾਰਤਾਂ ਨੇ ਉਹਨੂੰ ਬਹੁਤ ਚੰਗੀ ਤਰ੍ਹਾਂ ਸਾਂਭਿਆ ਹੈ। ਹੁਣ ਅਸੀਂ ਜੇਕਰ ਇਸ ਚੀਜ਼ ਦਾ ਕੰਪੈਰੀਜ਼ਨ ਆਪਣੀਆਂ ਇਮਾਰਤਾਂ ਨਾਲ ਕਰੀਏ ਤਾਂ ਅਸੀਂ ਸਾਰੀਆਂ ਇਤਿਹਾਸਕ ਇਮਾਰਤਾਂ ਦਾ ਜਿਹੜਾ ਮੂਲ ਹੈ ਉਹ ਬਿਲਕੁਲ ਹੀ ਖ਼ਤਮ ਕਰ ਦਿੱਤਾ ਹੈ। ਮੂਲ ਦੇ ਵਿੱਚ ਸਾਨੂੰ ਕੋਈ ਇਮਾਰਤ ਨਜ਼ਰ ਨਹੀਂ ਆਉਂਦੀ। ਠੀਕ ਹੈ, ਅਸੀਂ ਸਾਰਿਆਂ ਨੂੰ ਸੰਗਮਰਮਰ ਲਾਤਾ ਹੈ ਨਾ ਹਰੇਕ ਥਾਂ 'ਤੇ। ਅਤੇ ਇੱਥੇ ਹੀ ਵਾਸ਼ਿੰਗਟਨ ਅਤੇ ਉਹਦੀ ਪਤਨੀ ਦੀਆਂ ਕਬਰਾਂ ਹਨ। ਪਤਨੀ ਦੇ ਕੱਤਣ ਕਮਰੇ ਵਿੱਚ ਉਹਦੀਆਂ ਚਰਖਿਆਂ ਦੀ ਘੂਕਰ ਅਜੇ ਵੀ ਸੁਣਾਈ ਦਿੰਦੀ ਹੈ। ਤੱਕਲਿਆਂ ਨਾਲ ਪੂਣੀਆਂ ਲਟਕਦੀਆਂ ਅਤੇ ਅਟੇਰਨਾਂ ਉੱਤੇ ਧਾਗੇ ਚੜ੍ਹੇ ਹੋਏ ਨੇ।
ਉਹਨਾਂ ਦੀ ਮੁਤਬੰਨਾ ਪੁੱਤਰੀ ਦੇ ਮੁਤਾਲਿਆ ਕਮਰੇ ਵਿੱਚ ਉਸੇ ਤਰ੍ਹਾਂ ਕਿਤਾਬਾਂ ਪਈਆਂ ਨੇ ਅਤੇ ਇੱਕ ਕਿਤਾਬ ਖੁੱਲ੍ਹੀ ਪਈ ਹੈ। ਮੁਤਾਲਿਆ ਕਮਰਾ ਹੁੰਦਾ ਜਿੱਥੇ ਕਿਤਾਬ ਪੜ੍ਹਦੀ ਸੀ, ਬੈਠਦੀ ਸੀ ਉਹ, ਲਾਇਬ੍ਰੇਰੀ ਵੀ ਕਹਿ ਸਕਦੇ ਹਾਂ। 1924 ਦਾ ਸ਼ੁਰੂ ਸਮਾਂ ਸੀ। ਹਰੇਕ ਸੋਚ ਵਾਲੇ ਹਿੰਦੁਸਤਾਨੀ ਦੇ ਦਿਲ ਦੀ ਦੁੱਖ ਦੀ ਚੋਭ ਆਪਣੇ ਦੇਸ਼ ਦੀ ਗੁਲਾਮੀ ਸੀ। ਮੇਰੀ ਇਹ ਚੋਭ ਮਾਊਂਟ ਵਰਨਾਨ ਵਿੱਚ ਇੱਕ ਤਰਾਟ ਬਣ ਗਈ। ਇਸ ਥਾਂ ਉੱਤੇ ਵੀ ਕਦੇ ਉਹਨਾਂ ਦਾ ਰਾਜ ਸੀ ਜਿਨ੍ਹਾਂ ਨੇ ਮੇਰੇ ਦੇਸ਼ੋਂ ਆਉਣ ਸਮੇਂ ਜਲਿਆਂਵਾਲੇ ਬਾਗ ਵਿੱਚ ਮਾਸੂਮ ਲਹੂ ਨਾਲ ਹੋਲੀ ਖੇਲੀ ਸੀ, ਅਤੇ ਇਸ ਥਾਂ ਉੱਤੇ ਕਦੇ ਉਹਨਾਂ ਮਨੁੱਖਾਂ ਦਾ ਮਨੁੱਖ ਰਹਿੰਦਾ ਸੀ ਜਿਸ ਨੇ ਪਰਦੇਸੀ ਹਕੂਮਤ ਦੇ ਖਿਲਾਫ ਬਗਾਵਤ ਕੀਤੀ ਸੀ, ਉਸ ਨੂੰ ਹਰਾਇਆ ਸੀ ਅਤੇ ਉਹਦੇ ਲੋਕਾਂ ਨੇ ਉਹਨੂੰ ਆਪਣਾ ਪਹਿਲਾ ਪ੍ਰਧਾਨ ਬਣਾਇਆ ਸੀ। ਹੁਣ ਇਹ ਅਮਰੀਕਾ ਦੀ ਗੁਲਾਮੀ ਦੀ ਗੱਲ ਕਰ ਰਿਹਾ ਹੈਗਾ ਵੀ ਕਿਸ ਤਰ੍ਹਾਂ ਉਹਨਾਂ ਨੇ ਫਿਰ ਅੰਗਰੇਜ਼ਾਂ ਨੂੰ ਹਰਾਇਆ ਸੀਗਾ। ਅਤੇ ਇੱਥੇ ਆ ਕੇ ਲੇਖਕ ਕਹਿੰਦਾ ਹੈ ਵੀ ਮੇਰੇ ਮਨ ਦੇ ਵਿੱਚ ਵੀ ਆਪਣੇ ਦੇਸ਼ ਦੀ ਗੁਲਾਮੀ ਵਾਲੀ ਜਿਹੜੀ ਭਾਵਨਾ ਸੀਗੀ, ਅਸੀਂ ਗੁਲਾਮ ਹੈਗੇ ਹਾਂ, ਉਹ ਬਹੁਤ ਹੀ ਉਤੇਜਿਤ ਹੋ ਗਈ ਸੀ, ਉਹਨੂੰ ਬੜਾ ਮਹਿਸੂਸ ਹੁੰਦਾ ਸੀਗਾ ਇਹ ਗੱਲ। ਦੂਜੀ ਵਾਰੀ ਉਹਨੂੰ ਸ਼ਰਧਾਂਜਲੀ ਦੇਣ ਲਈ ਮੈਂ ਉਹਦੀ ਕਬਰ ਉੱਤੇ ਗਿਆ। ਉਸ ਧਰਤੀ ਉੱਤੇ ਉਹਦੇ ਹਰ ਨਿਸ਼ਾਨ ਸਾਹਮਣੇ ਮੈਂ ਸਿਰ ਝੁਕਾਇਆ ਅਤੇ ਉੱਥੋਂ ਵਾਪਸੀ ਸਮੇਂ ਮੈਂ ਆਪਣੇ ਗਾਈਡ ਕੋਲੋਂ ਕੋਈ ਸਵਾਲ ਨਾ ਪੁੱਛੇ। ਵਾਸ਼ਿੰਗਟਨ ਦੀ ਯਾਦ ਨੇ ਮੇਰੇ ਦਿਮਾਗ ਵਿੱਚ ਆਜ਼ਾਦ ਹਿੰਦੁਸਤਾਨ ਦਾ ਸੁਪਨਾ ਛੇੜ ਦਿੱਤਾ। ਅਬਰਾਹਿਮ ਲਿੰਕਨ ਦੀ ਯਾਦਗਾਰ ਉੱਤੇ ਅਮਰ ਲਿੰਕਨ ਦੀਆਂ ਮਨੁੱਖੀ ਤਕਰੀਰਾਂ ਨਿਰੇ ਲਫ਼ਜ਼ ਹੀ ਨਹੀਂ, ਜਿਉਂਦੇ ਚਿੱਤਰ ਬਣ ਕੇ ਮੇਰੀਆਂ ਅੱਖਾਂ ਸਾਹਮਣੇ ਆ ਗਈਆਂ। ਅਤੇ ਜਦੋਂ ਮੈਂ ਵਾਸ਼ਿੰਗਟਨ ਤੋਂ ਵਿਦਾ ਹੋ ਰਿਹਾ ਸੀ, ਭਾਵੇਂ ਮੈਨੂੰ ਅਲਵਿਦਾ ਆਖਣ ਵਾਲਾ ਕੋਈ ਨਹੀਂ ਸੀ, ਪਰ ਮੈਨੂੰ ਆਪਣੇ ਆਲੇ ਦੁਆਲੇ ਅਤੇ ਆਪਣੇ ਅੰਦਰ ਕੋਈ ਰੂਹਾਨੀ ਸਰਸਰ ਮਹਿਸੂਸ ਹੋ ਰਹੀ ਸੀ। ਨਿਊਯਾਰਕ ਪਹੁੰਚਣ ਤੱਕ ਇਸ ਮਿੱਠੀ ਸਰਸਰ ਨੇ ਮੈਨੂੰ ਇਕੱਲਿਆਂ ਵੀ ਨਹੀਂ ਸੀ ਭਾਸਣ ਦਿੱਤਾ। ਅੱਗੇ ਹੁਣ ਉਹ ਨਿਊਯਾਰਕ ਪਹੁੰਚ ਗਿਆ। ਠੀਕ ਆ। ਐਨ ਆਰਥਰ ਅਤੇ ਵਾਸ਼ਿੰਗਟਨ ਮੈਨੂੰ ਸ਼ਹਿਰ ਨਹੀਂ ਸ਼ਖਸ ਜਾਪੇ ਸੀਗੇ, ਜਿਨ੍ਹਾਂ ਦੇ ਨਕਸ਼ ਬਰੀਕ, ਬੋਲ ਹੌਲੇ ਅਤੇ ਚਾਲ ਕੋਈ ਤਾਲ ਹੈ ਸੀ। ਪਰ ਨਿਊਯਾਰਕ ਮੈਨੂੰ ਇੱਕ ਦਿਓਦਾਨਾ ਪਹਿਲਵਾਨ ਲੱਗਿਆ, ਜਿਹਦੀ ਨਾ ਕੋਈ ਕਮਰ ਸੀ ਨਾ ਧੌਣ, ਪੱਟਾਂ ਜਿੱਡੀਆਂ ਮੋਟੀਆਂ ਪਿੰਨੀਆਂ ਅਤੇ ਬਾਹਾਂ ਜਿੱਡੀਆਂ ਮੋਟੀਆਂ ਉਂਗਲਾਂ, ਸੰਘਾ ਬੈਠਾ ਹੋਇਆ ਅਤੇ ਅੱਖਾਂ ਵਿੱਚ ਚੰਗੇ ਮੰਦੇ ਦੀ ਪਛਾਣ ਕੋਈ ਨਾ। ਮਤਲਬ ਹੁਣ ਨਿਊਯਾਰਕ ਉਹਨੂੰ ਦਿਓਬਾਰਾ ਲੱਗਿਆ। ਠੀਕ ਹੈ। ਸ਼ਹਿਰ ਨਹੀਂ, ਕੋਈ ਕਰਬਲਾ ਸੀ ਨਿਊਯਾਰਕ। ਧਰਤੀ ਉੱਤੇ ਰੇਲਾਂ, ਧਰਤੀ ਦੇ ਹੇਠਾਂ ਰੇਲਾਂ, ਆਕਾਸ਼ ਉੱਤੇ ਛੱਤਾਂ ਦੀਆਂ ਬਾਰੀਆਂ ਨਾਲੋਂ ਰੇਲਾਂ ਫੱਪ ਕਰਦੀਆਂ ਲੰਘਦੀਆਂ। ਮੈਂ ਆਪਣੇ ਹੋਟਲ ਮੈਨੇਜਰ ਨੂੰ ਆਖਿਆ ਮੇਰਾ ਕਮਰਾ ਬਦਲ ਦਿੱਤਾ ਜਾਵੇ। ਉਸ ਆਪਣੇ ਵੱਲੋਂ ਬੜਾ ਚੰਗਾ ਕਮਰਾ ਤੀਜੀ ਛੱਤ ਉੱਤੇ ਦਿੱਤਾ ਸੀ, ਪਰ ਮੇਰੇ ਐਨ ਸਾਹਮਣਿਓਂ ਲੋਹੇ ਦੇ ਕੋਲਿਆਂ ਉੱਤੇ ਵਿਛੀ ਰੇਲ ਦੀ ਪਟੜੀ ਉੱਤੇ ਮਿੰਟ ਕਾੜ ਕਰਦੀ ਰੇਲ ਲੰਘਦੀ ਸੀ। ਮੈਂ ਆਖਿਆ ਮੈਨੂੰ ਕਿਸੇ ਗੋਦਾਮ ਵਿੱਚ ਹੀ ਲੁਕਾ ਲਵੋ। ਕੋਈ ਘਰ 2 ਛੱਤਾਂ, ਕੋਈ 10 ਛੱਤਾਂ, ਕੋਈ 100 ਛੱਤਾਂ। ਡਾਢੀ ਬੇਥਵੀ ਲਕੀਰ ਇਹ ਆਕਾਸ਼ ਵਿੱਚ ਖਿੱਚਦੇ ਸੀ। ਮਤਲਬ ਕਹਿਣਾ ਭਾਵ ਕਿ ਉਸਨੇ ਦੇਖਿਆ ਕਿ ਨਿਊਯਾਰਕ ਦੇ ਵਿੱਚ ਜਿਹੜੇ ਸ਼ਹਿਰ ਸਨ, ਜਿਹੜੇ ਮਕਾਨ ਸਨ, ਉਹ ਬੜੇ ਉੱਚੇ ਸਨ, ਬਹੁਤ ਮੰਜ਼ਲਾਂ ਵਾਲੇ ਸਨ, ਅਤੇ ਐਡੀ ਹੀ ਬੇਥਵੀ ਲਕੀਰ ਲੋਕਾਂ ਦੀ ਆਰਥਿਕ ਅਵਸਥਾ ਵਿੱਚ ਸੀ। ਸ਼ਾਨਦਾਰ ਸਟੋਰ, ਸੋਹਣੇ ਪਾਰਕ, ਮਹਿਲਾਂ ਵਰਗੇ ਸਿਨੇਮਾ ਥੀਏਟਰ, ਪਰੀਆਂ ਵਰਗੇ ਵੇਸ, ਪਰ ਨਾਲ ਹੀ ਕਿਰਕਿਰ ਕਰਦਾ ਚਾਈਨਾ ਟਾਊਨ ਅਤੇ ਕੰਗਾਲ ਕੋਠੀਆਂ, ਜੂਏ ਘਰ ਉੱਤੇ ਜ਼ੁਰਮਾਂ ਦੇ ਅੱਡੇ, ਮੰਗਦੇ ਟੱਬਰ, ਲੁੱਟੀਆਂ ਹੋਈਆਂ ਰੇਲਾਂ, ਜੁਰਮ ਬਾਦਸ਼ਾਹ ਦੀਆਂ ਅਖਬਾਰਾਂ ਵਿੱਚ ਕਹਾਣੀਆਂ। 4 ਦਿਨਾਂ ਵਿੱਚ ਹੀ ਮੈਂ ਇੰਨਾ ਕੁਝ ਵੇਖ ਲਿਆ ਜਿੰਨਾ 4 ਵਰ੍ਹਿਆਂ ਵਿੱਚ ਮੇਰੇ ਚਿੱਤ ਨਹੀਂ ਸੀ ਆਇਆ। ਇਰਾਦਾ 1 ਮਹੀਨਾ ਦਾ ਰਹਿ ਕੇ ਅਮਰੀਕਾ ਦੀ ਵਿਹਾਰੀ ਜ਼ਿੰਦਗੀ ਦਾ ਮੁਤਾਲਿਆ ਕਰਨ ਦਾ ਬਣਾ ਕੇ ਆਇਆ ਸੀ, ਪਰ ਮੈਨੂੰ ਡਰ ਪੈ ਗਿਆ ਕਿਤੇ ਨਿਊਯਾਰਕ ਦੀ ਨਕਸ਼ ਅਤੇ ਬੇਸ਼ਖਸੀਅਤ ਦਾ ਵਟੱਤਣ ਉਹ ਸਾਰੀ ਮੇਰੀ ਜਜ਼ਬਾਤੀ ਕੋਮਲਤਾ ਹੜੱਪ ਨਾ ਕਰ ਲਵੇ ਜਿਹੜੀ ਐਨ ਆਰਥਰ ਦੇ ਨਿਰਮਲ ਵਿਦਿਅਕ ਵਾਯੂਮੰਡਲ ਨੇ ਮੈਨੂੰ ਦਿੱਤੀ ਸੀ। ਇਸ ਕਰਕੇ ਫਿਰ ਉੱਥੋਂ ਉਹ ਜਲਦੀ ਹੀ ਬਾਹਰ ਨਿਕਲ ਆਇਆ। ਇਹ ਤਾਂ ਸੀਗਾ ਇਸ ਸਫ਼ਰਨਾਮੇ ਦੇ ਵਿੱਚੋਂ ਕੁਝ ਭਾਗਾਂ ਦਾ ਇਨਵਿਨ ਪੁਸਤਕ ਪਠਨ, ਅਤੇ ਹੁਣ ਆਪਾਂ ਇਸ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਕਰਦੇ ਹੈਗੇ ਹਾਂ। ਠੀਕ ਹੈ। ਜੋ ਲੰਬੇ ਪ੍ਰਸ਼ਨ ਨੇ ਜਾਂ ਆਪਾਂ ਸਾਰ ਕਹਿ ਸਕਦੇ ਹੈਗੇ ਇਹਨਾਂ ਭਾਗਾਂ ਦਾ। ਲੇਖਕ ਨੇ ਯੰਗਸਟੋਨ ਸ਼ਹਿਰ ਬਾਰੇ ਜੋ ਜਾਣਕਾਰੀ ਦਿੱਤੀ ਹੈ ਜਾਂ ਅਨੁਭਵ ਬਿਆਨ ਕੀਤੇ ਨੇ ਉਹਨਾਂ ਦਾ ਵਰਣਨ ਲਿਖ ਕਰੋ। ਯੰਗਸਟੋਨ ਇੱਕ ਦਰਮਿਆਨਾ ਸਨਅਤੀ ਸ਼ਹਿਰ ਹੈ ਜਿਸ ਦੇ ਆਲੇ ਦੁਆਲੇ ਸਾਦੇ ਦਿਹਾਤੀ ਲੋਕ ਵਸਦੇ ਨੇ। ਲੇਖਕ ਦਾ ਇਸ ਸ਼ਹਿਰ ਅਤੇ ਲੋਕਾਂ ਨਾਲ ਦਿਨੋਂ ਦਿਨ ਰਿਸ਼ਤਾ ਡੂੰਘਾ ਹੁੰਦਾ ਗਿਆ। ਸ਼ਹਿਰ ਦਾ ਉਹ ਭਾਗ ਜਿਹੜਾ ਲੇਖਕ ਨੂੰ ਕਦੇ ਨਹੀਂ ਸੀ ਭੁੱਲਿਆ, ਉਹ ਸੈਂਕੜੇ ਘੁਮਾਵਾਂ ਵਿੱਚ, ਭਾਵ ਕਹਿਣ ਦਾ ਮਤਲਬ ਬਹੁਤ ਲੰਬਾ ਚੌੜਾ ਸੀਗਾ ਇਹ ਇਲਾਕਾ। ਉਹ ਕੀ ਸੀਗਾ ਆਪਾਂ ਦੇਖਿਆ ਹੀ ਹੈਗਾ। ਸੈਂਕੜੇ ਘੁਮਾਵਾਂ ਵਿੱਚ ਖਿਲ ਰਿਹਾ ਉੱਥੋਂ ਦਾ ਮਿਲ ਕਰੀਮ ਪਾਰਕ ਹੈ। ਇੱਥੇ ਹਜ਼ਾਰਾਂ ਉੱਚੇ ਜੰਗਲੀ ਦਰੱਖਤ ਨੇ ਜਿਨ੍ਹਾਂ ਵਿੱਚ ਬਲੇਵੇਂ ਖਾਂਦੀ ਨਦੀ ਲੰਘਦੀ ਹੈ, ਅਤੇ ਇੱਥੋਂ ਦੀਆਂ ਸੜਕਾਂ ਦੋਹੇ ਪਾਸੇ ਹਰ ਪ੍ਰਕਾਰ ਦੇ ਫੁੱਲ, ਤਰਨ, ਝੀਲ, ਖੇਡਣ ਕੋਰਟ,
ਇਸ ਪਾਰਕ ਨੂੰ ਕੁਦਰਤ ਤੇ ਮਨੁੱਖ ਦੀ ਸਾਂਝੀ ਕਾਰੀਗਰੀ ਸਾਬਿਤ ਕਰਦੇ ਨੇ। ਇਸ ਦੇ ਜਿਸ ਭਾਗ ਵਿੱਚ ਲੇਖਕ ਨੇ ਬਹੁਤੀਆਂ ਸ਼ਾਮਾਂ ਅਤੇ ਬਹੁਤੇ ਐਤਵਾਰ ਗੁਜ਼ਾਰੇ ਉਸ ਨੂੰ ਆਸ਼ਿਕਾਂ ਦੀ ਗਲੀ ਕਿਹਾ ਜਾਂਦਾ ਹੈ। ਇੱਥੇ ਸੰਘਣੇ ਰੁੱਖਾਂ ਅਤੇ ਝੁੰਡਾਂ ਵਿੱਚੋਂ ਮੁੜ ਗੁਆਚਦੀ ਸੜਕ, ਵਗਦੇ ਪਾਣੀ ਦਾ ਮਿੱਠਾ ਮਿੱਠਾ ਸੰਗੀਤ, ਉੱਤੇ ਉੱਲਰੇ ਅੱਥਰੂ ਡੇਗਦੇ ਬੈਂਤਾਂ ਦੇ ਰੁੱਖ, ਆਪੇ ਉੱਗੇ ਫੁੱਲ, ਕਿਤੇ ਕਿਤੇ ਫੁੱਲ ਝਾੜੀਆਂ ਦੀ ਆੜ ਵਿੱਚ ਪਧਰਾਏ ਚਟਾਨੀ ਪੱਥਰ ਜਿਸ ਉੱਤੇ ਪ੍ਰੇਮ ਕਲੋਲਾਂ ਦੀ ਚੁਣ, ਪੱਛਮ ਵੱਲ ਇੱਕ ਪਾਸਾ ਕੁਝ ਖੁੱਲ੍ਹਾ ਡੁੱਲਾ ਜਿੱਧਰੋਂ ਸ਼ਾਮ ਦੇ ਸਮੇਂ ਛੁਪਦਾ ਹੋਇਆ ਸੂਰਜ ਪ੍ਰੇਮੀਆਂ ਉੱਤੇ ਸੁਨਹਿਰੀ ਚੁੰਮਣ ਸੁੱਟਦਾ ਸੀ। ਇਸ ਪਾਰਕ ਵਿੱਚ ਲੇਖਕ ਜਦੋਂ ਇਕੱਲਾ ਹੁੰਦਾ ਸੀ ਤਾਂ ਕਿਸੇ ਰੋਂਦੇ ਬੈਂਤ ਕੋਲ ਜਾ ਖੜਾ ਹੁੰਦਾ ਸੀ, ਜਾਂ ਫਿਰ ਕਿਸੇ ਪੱਥਰ ਉੱਤੇ, ਜਾਂ ਮਿਲਣੀਆਂ ਦੇ ਹਰੇ ਛੱਤੇ ਵਾਲੇ ਕਿਸੇ ਸੰਘਣੇ ਓਕ ਹੇਠਾਂ ਜਾ ਖਲੋਂਦਾ ਸੀ, ਅਤੇ ਜਾਂ ਫਿਰ ਪਾਣੀਆਂ ਦੇ ਕੰਢੇ ਫਿਰਦਾ ਸੀ ਜਿਸ ਵਿੱਚੋਂ ਉਸ ਨੂੰ ਜਿਹੜਾ ਹੈ ਉਹਨਾਂ ਅੱਖਾਂ ਦਾ ਭੁਲੇਖਾ ਪੈਂਦਾ ਸੀ ਜਿਨ੍ਹਾਂ ਨੇ ਕਦੇ ਉਸ ਵਾਂਗ ਹੀ ਬਲੌਰੀ ਬਹਿਣ ਵਿੱਚ ਨੂੰ ਤਾਂਘਾਂ ਦੇ ਨਾਲ ਧੱਕਿਆ ਸੀ। ਅਗਲਾ ਜੋ ਪ੍ਰਸ਼ਨ ਹੈ ਉਹ ਹੈ ਪੰਛੀ ਵਰਗੀ ਰੂਹ। ਇਸ ਭਾਗ ਦਾ ਸਾਰ ਲਿਖੋ। ਇਹ ਬੇਟੇ ਪ੍ਰਸ਼ਨ ਆਇਆ ਹੋਇਆ 2022 ਦੇ ਵਿੱਚ, ਕਹਿਣ ਦਾ ਮਤਲਬ ਮਹੱਤਵਪੂਰਨ ਹੈਗਾ। ਇਸ ਤਰ੍ਹਾਂ ਦੇ ਪ੍ਰਸ਼ਨ ਆ ਜਾਂਦੇ ਨੇ ਅਕਸਰ। ਇੱਕ ਦਿਨ ਯੰਗਸਟੋਨ ਵਿੱਚ ਲੇਖਕ ਇੱਕ ਸਿਨੇਮਾ ਹਾਲ ਵਿੱਚ ਗਿਆ। ਰਿਵਾਜ਼ਨ ਹਰ ਇੱਕ ਲਈ ਸਿਨੇਮਾ ਹਾਲ ਵਿੱਚ ਟੋਪੀ ਲਾ ਕੇ ਜਾਣਾ ਜ਼ਰੂਰੀ ਸੀ। ਲੇਖਕ ਨੂੰ ਵੀ ਜਿਹੜਾ ਹੈ ਪੱਗ ਸਮੇਤ ਬੈਠਣ ਦੀ ਆਗਿਆ ਨਾ ਮਿਲੀ। ਉਸਨੇ ਸਿਨੇਮਾ ਹਾਲ ਵਿੱਚੋਂ ਬਾਹਰ ਆ ਕੇ ਇੱਕ ਖਤ ਪਰਦੇਸੀ ਤੁਹਾਡੇ ਦਰਾਂ ਉੱਤੇ ਲਿਖ ਕੇ ਉੱਥੋਂ ਦੇ ਰੋਜ਼ਾਨਾ ਅਖਬਾਰ ਇੰਡੀਕੇਟਰ ਨੂੰ ਭੇਜ ਦਿੱਤਾ ਅਤੇ ਲੇਖਕ ਦਾ ਖਤ ਅਖਬਾਰ ਦੇ ਵਿੱਚ ਛਾਪਿਆ ਵੀ ਗਿਆ। ਅਗਲੇ ਦਿਨ ਹੀ ਲੇਖਕ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਖਤ ਆਏ। ਉਹਨਾਂ ਵਿੱਚੋਂ ਇੱਕ ਖਤ ਬੜੀ ਹੀ ਦਿਲਚਸਪ ਇਸਤਰੀ ਦਾ ਸੀ ਅਤੇ ਉਸਨੇ ਲੇਖਕ ਦੀ ਚਿੱਠੀ ਵਿੱਚ ਉਸਦੀ ਪਿਆਰ ਭੁੱਖ ਪੜ੍ਹ ਲਈ ਸੀ ਅਤੇ ਉਸਨੂੰ ਆਪਣੇ ਘਰੇ ਬੁਲਾਇਆ ਸੀ। ਪਰ ਨਾਲ ਹੀ ਉਸਨੇ ਤਾੜਨਾ ਕੀਤੀ ਸੀ ਕਿ ਉਹ ਕੋਈ ਸੋਹਣੀ ਜਵਾਨ ਕੁੜੀ ਨਹੀਂ ਹੈ। ਉਹ ਚਿੱਟੇ ਵਾਲਾਂ ਵਾਲੀ 50 ਤੋਂ ਟੱਪ ਚੁੱਕੀ ਇਸਤਰੀ ਹੈ ਅਤੇ ਉਹ ਅਮੀਰ ਨਹੀਂ ਅਤੇ ਹੱਥੀਂ ਕੰਮ ਕਰਦੀ ਹੈ। ਪਰ ਜੇਕਰ ਉਸਨੂੰ ਦੋਸਤੀ ਦੀ ਇੱਛਾ ਹੈ ਤਾਂ ਉਹ ਉਸ ਨਾਲ ਦੋਸਤੀ ਕਰ ਸਕਦਾ ਹੈ। ਅਤੇ ਲੇਖਕ ਰਾਤੀ 9 ਵਜੇ ਉਸਦੇ ਘਰ ਪਹੁੰਚਿਆ ਅਤੇ ਉਸਦੇ ਘਰ ਦੀ ਘੰਟੀ ਦਬਾਈ ਤਾਂ ਝੱਟ-ਪਟ ਇੱਕ ਪਤਲੀ ਨਿੱਕੀ ਅਤੇ ਖੁਸ਼ ਸ਼ਕਲ ਇਸਤਰੀ ਨੇ ਬੂਹਾ ਖੋਲ੍ਹਿਆ ਅਤੇ ਉਸਦੇ ਸਿਰ ਉੱਪਰ ਚਿੱਟੀ ਉੱਨ ਦੀ ਟੋਪੀ ਸੀ। ਲੇਖਕ ਨੇ ਕਿਹਾ ਕਿ ਉਹ ਉਸਦੀ ਮਾਤਾ ਮਿਸਿਜ਼ ਮੈਕਾਟਰੀ ਨੂੰ ਮਿਲਣਾ ਚਾਹੁੰਦਾ ਹੈ। ਇਹ ਸੁਣ ਕੇ ਉਸਦੇ ਮੂੰਹ 'ਤੇ ਮਿੱਠਾ ਜਿਹਾ ਹਾਸਾ ਖਿੱਲਰ ਗਿਆ। ਉਸਨੇ ਲੇਖਕ ਨੂੰ ਦੱਸਿਆ ਕਿ ਉਹੀ ਮਿਸਿਜ਼ ਮੈਕਾਟਰੀ ਹੈ। ਉਸਨੇ ਲੇਖਕ ਦਾ ਹਲਕਾ ਕੋਟ ਹੈਂਗਰ ਉੱਤੇ ਠੀਕ ਕਰਦਿਆਂ ਬੜੀ ਪਿਆਰੀ ਅਦਾ ਨਾਲ ਕਿਹਾ, ਕਿੱਡਾ ਕੂੜਾ ਇਹ ਕੋਟ ਹੈ। ਇਹ ਕਾਹਦਾ ਅਖਬਾਰ ਵਿੱਚ ਛਪੇ ਤੁਹਾਡੇ ਖਤ ਵਰਗੀ ਹੀ ਕਵਿਤਾ ਹੈ। ਇਹਨਾਂ ਲਫ਼ਜ਼ਾਂ ਨੇ ਲੇਖਕ ਨੂੰ ਅਤਿਅੰਤ ਖੁਸ਼ੀ ਦਿੱਤੀ ਅਤੇ ਉਹਦਾ ਇੱਕੋ ਸਾਦਾ ਬਹਿਣ ਅਤੇ ਸੌਣ ਦਾ ਕਮਰਾ ਸੀ। ਲੇਖਕ ਨੂੰ ਬਿਠਾ ਕੇ ਉਸਨੇ ਘਰ ਵਿੱਚ ਪੱਕੀਆਂ ਕੁਝ ਕੁੱਕੀਆਂ ਉਸਦੇ ਅੱਗੇ ਧਰ ਦਿੱਤੀਆਂ ਅਤੇ ਕਿਹਾ ਕਿ ਉਹ ਜਿਸ ਦੇ ਨਾਲ ਦੋਸਤੀ ਕਰਨਾ ਚਾਹੁੰਦੀ ਹੈ ਉਸ ਦੇ ਨਾਲ ਉਹ ਸ਼ਤਰੰਜ ਖੇਡਦੀ ਹੈਗੀ ਹੈ। ਅਤੇ ਲੇਖਕ ਨੇ ਉਹਦੇ ਨਾਲ ਸ਼ਤਰੰਜ ਦੀ ਬਾਜੀ ਲਾਈ। ਇੱਕ ਬਾਜੀ ਉਹ ਜਿੱਤੀ ਅਤੇ ਇੱਕ ਬਾਜੀ ਲੇਖਕ ਨੇ ਜਿੱਤੀ ਅਤੇ ਇਸ ਤਰ੍ਹਾਂ ਜਿਹੜਾ ਹੈ ਉਹਨਾਂ ਦੀ ਦੋਸਤੀ ਹੋ ਗਈ। ਅਤੇ ਫਿਰ ਮਗਰੋਂ ਇਸ ਅਨੋਖੀ ਇਸਤਰੀ ਨੇ ਲੇਖਕ ਨੂੰ ਬਹੁਤ ਸਾਰੇ ਦੋਸਤ ਦਿੱਤੇ, ਕਈ ਪਿਕਨਿਕਾਂ ਦਾ ਸੁਆਦਲਾ ਤਜਰਬਾ ਦਿੱਤਾ। ਉਹ ਕਈ ਦੋਸਤਾਂ ਨਾਲ ਉਹਨੂੰ 40-40 ਮੀਲ ਸ਼ਹਿਰ ਤੋਂ ਬਾਹਰ ਲੈ ਕੇ ਗਈ। ਤਾਂ ਇਸ ਅਨੋਖੀ ਇਸਤਰੀ ਨੇ ਉਸਨੂੰ ਬਹੁਤ ਸਾਰੇ ਦੋਸਤ ਦਿੱਤੇ, ਕਈ ਪਿਕਨਿਕਾਂ ਦਾ ਸੁਆਦਲਾ ਤਜਰਬਾ ਦਿੱਤਾ। ਉਹ ਕਈ ਦੋਸਤਾਂ ਨਾਲ ਉਹਨੂੰ 40-40 ਮੀਲ ਸ਼ਹਿਰ ਤੋਂ ਬਾਹਰ ਲੈ ਜਾਂਦੀ। ਉਹ ਉਸਦੇ ਨਾਲ ਖੇਤਾਂ ਵਿੱਚ ਕਿਸਾਨਾਂ ਦੇ ਘਰੀਂ ਜਾ ਕੇ ਖੁੱਲ੍ਹੀ ਢਾਂਡਰੀ ਉੱਤੇ ਮਕਈ ਦੀਆਂ ਛੱਲੀਆਂ ਭੁੰਨਦੀ, ਗਾਉਂਦੀ ਅਤੇ ਤਸਵੀਰਾਂ ਖਿੱਚਦੀ। ਅਗਲਾ ਜੋ ਪ੍ਰਸ਼ਨ ਹੈ ਉਹ ਹੈ ਮੇਰੀ ਵਾਲ ਸਹੇਲੀ ਕਾਂਡ ਦਾ ਸਾਰ ਲਿਖੋ। ਯੰਗਸਟੋਨ ਵਿੱਚ ਰਹਿੰਦਿਆਂ ਲੇਖਕ ਆਪਣੇ ਘਰ ਤੋਂ ਦਫ਼ਤਰ ਪੈਦਲ ਜਾਂਦਾ ਸੀ। ਇੱਕ ਦਿਨ ਬੱਚਿਆਂ ਦੇ ਇੱਕ ਖੇਡ ਪਾਰਕ ਕੋਲੋਂ ਲੰਘਦਿਆਂ ਇੱਕ ਬੱਚੀ ਉਸ ਕੋਲ ਆਈ। ਉਸਨੇ ਝਿਜਕਦਿਆਂ ਹੋਇਆਂ ਲੇਖਕ ਦੇ ਸਰੀਰ ਨੂੰ ਹੱਥ ਲਾਇਆ ਅਤੇ ਫਿਰ ਮੁੜ ਗਈ। ਇਸ ਕੁੜੀ ਦਾ ਨਾਂ ਲੀਲਾ ਸੀ ਅਤੇ ਇਸ ਦੀ ਉਮਰ 8 ਕੁ ਸਾਲ ਦੀ ਸੀ। ਲੇਖਕ ਆਪਣਾ ਰਾਹ ਛੱਡ ਕੇ ਬੱਚਿਆਂ ਕੋਲ ਚਲਿਆ ਗਿਆ। ਲੀਲਾ ਤੋਂ ਬਿਨਾਂ ਸਾਰੇ ਬੱਚੇ ਪਰਾਂ ਚਲੇ ਗਏ। ਲੇਖਕ ਨੇ ਉਸ ਕੁੜੀ ਨੂੰ ਪਿਆਰ ਨਾਲ ਪੁੱਛਿਆ ਕਿ ਉਸਨੇ ਉਸਦਾ ਸਰੀਰ ਨੂੰ ਹੱਥ ਕਿਉਂ ਲਾਇਆ ਸੀ। ਕੁੜੀ ਨੇ ਦੱਸਿਆ ਕਿ ਬੱਚੇ ਕਹਿੰਦੇ ਹਨ ਕਿ ਇਹ ਆਦਮੀ ਅਨੋਖੀ ਟੋਪੀ ਵਾਲਾ ਹੈ ਜੋ ਇਹ ਬੱਚਿਆਂ ਨੂੰ ਖਾ ਜਾਂਦਾ ਹੈ, ਪਰ ਉਹ ਇਹ ਨਹੀਂ ਸੀ ਮੰਨਦੀ। ਬੱਚਿਆਂ ਨੇ ਉਸਨੂੰ ਕਿਹਾ ਕਿ ਉਹ ਉਸਨੂੰ ਹੱਥ ਲਾ ਕੇ ਦਿਖਾਵੇ। ਲੇਖਕ ਨੇ ਉਸਨੂੰ ਅਤੇ ਉਸਦੇ ਸਾਥੀਆਂ ਨੂੰ ਆਪਣੇ ਦੇਸ਼ ਦੇ ਕੁਝ ਸਿੱਕੇ ਦਿੱਤੇ ਅਤੇ ਅੱਗੇ ਚਲਿਆ ਗਿਆ। ਅਤੇ ਇੱਕ ਦਿਨ ਉਹ ਇੱਕ ਪਬਲਿਕ ਲਾਇਬ੍ਰੇਰੀ ਵਿੱਚ ਕਿਤਾਬਾਂ ਦੇਖ ਰਿਹਾ ਸੀ ਤਾਂ ਨਿੱਕੀ ਲੀਲਾ ਉਹਦੇ ਕੋਲ ਆ ਲੱਗੀ। ਉਹ ਉਸਨੂੰ ਆਪਣੇ ਸਾਥੀਆਂ ਤੋਂ ਜਾਣੂ ਕਰਾਉਣਾ ਚਾਹੁੰਦੀ ਸੀ। ਫਿਰ ਉਸਨੇ ਇੱਕ ਦਿਨ ਲੇਖਕ ਨੂੰ ਕਿਹਾ ਕਿ ਉਸਦੇ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਹੈ ਕਿ ਉਸ ਨੂੰ ਸਕੂਲ ਲੈ ਕੇ ਆਵੇ।
ਫਿਰ ਜਦੋਂ ਲੇਖਕ ਉਹਦੇ ਸਕੂਲ ਗਿਆ ਤਾਂ ਉਹ ਬੜੀ ਖੁਸ਼ ਹੋਈ। ਉਸਤਾਦਨੀਆਂ ਅਤੇ ਬੱਚੇ ਉਸਦੇ ਮਗਰ ਮਗਰ ਫਿਰਦੇ ਸਨ। ਉਹਨਾਂ ਦਾ ਖਿਆਲ ਸੀ ਕਿ ਹਰੇਕ ਹਿੰਦੁਸਤਾਨੀ ਕਿਸਮਤ ਦੱਸਣ ਦਾ ਮਾਹਿਰ ਹੁੰਦਾ ਹੈ। ਉਸਨੇ ਕਈਆਂ ਦੇ ਹੱਥ ਵੇਖ ਵੇਖ ਕੇ ਉਹਨਾਂ ਨੂੰ ਹਸਾਇਆ। ਲੀਲਾ ਲੇਖਕ ਨੂੰ ਬੜੇ ਚਾਅ ਨਾਲ ਮਿਲਦੀ ਰਹੀ। ਉਹ ਛੇਤੀ ਛੇਤੀ ਵੱਡੀ ਹੁੰਦੀ ਦਿਖਦੀ ਸੀ। ਉਹ ਘਟਨਾ ਯਾਦ ਕਰਕੇ ਬੜੀ ਹੱਸਦੀ ਸੀ ਜਦੋਂ ਉਸਨੇ ਲੇਖਕ ਨੂੰ ਹੱਥ ਲਾ ਕੇ ਪਰਖਣਾ ਚਾਹਿਆ ਸੀ ਕਿ ਉਹ ਵਾਢੂ ਹੈ ਜਾਂ ਨਹੀਂ। ਇੱਕ ਦਿਨ ਲੀਲਾ ਸੜਕ ਦੇ ਪਰਲੇ ਪਾਸਿਓਂ ਦੌੜਦੀ ਹੋਈ ਲੇਖਕ ਦੇ ਨਾਲ ਆ ਲੱਗੀ। ਲੇਖਕ ਨੇ ਉਸਨੂੰ ਕਾਹਲੀ ਕਾਹਲੀ ਸੜਕ ਪਾਰ ਕਰਨ ਦੇ ਯਤਨ ਤੋਂ ਵਰਜਿਆ। ਉਸਨੇ ਲੇਖਕ ਨੂੰ ਦੱਸਿਆ ਕਿ ਉਸਦੀ ਮੰਮੀ ਨੇ ਕਿਹਾ ਸੀ ਕਿ ਉਹ ਐਤਵਾਰ ਉਹਨਾਂ ਦੇ ਘਰ ਚਾਹ ਪੀ ਲਵੇ, ਜਿਸ ਕਰਕੇ ਉਸਨੂੰ ਕੁਝ ਸੁੱਝਿਆ ਹੀ ਨਹੀਂ। ਇਸ ਪ੍ਰਕਾਰ ਦੋਨਾਂ ਦਾ ਜਿਹੜਾ ਪਿਆਰ ਸੀ, ਮੋਹ ਸੀ, ਆਪਸ ਵਿੱਚ ਵੱਧਦਾ ਗਿਆ। ਅਗਲਾ ਪ੍ਰਸ਼ਨ ਹੈ, ਲੇਖਕ ਦੇ ਵਾਸ਼ਿੰਗਟਨ ਦੇ ਦੋਸਤਾਂ ਅਤੇ ਉੱਥੋਂ ਦੀ ਵਿਦਾਇਗੀ ਦਾ ਹਾਲ ਲਿਖਣਾ ਆਪਾਂ ਨੇ। ਯੰਗਸਟੋਨ ਵਿੱਚ ਲੇਖਕ ਦਾ ਨੰਨ੍ਹੀ ਲੀਲਾ ਦੇ ਨਾਲ ਬੜਾ ਪਿਆਰ ਸੀ। ਉੱਥੇ ਉਸਨੂੰ ਇਹੋ ਜਿਹੇ ਦੋਸਤ ਵੀ ਨਸੀਬ ਹੋਏ ਜਿਨ੍ਹਾਂ ਤੋਂ ਵਿਛੜਨਾ ਉਹਦੇ ਲਈ ਔਖਾ ਸੀ। ਅਤੇ ਉਹ ਲੇਖਕ ਦੱਸਦਾ ਹੈ ਕਿ ਉਸਨੂੰ ਯੰਗਸਟੋਨ ਦੀਆਂ ਸੜਕਾਂ, ਪਾਰਕਾਂ, ਬੱਸਾਂ ਅਤੇ ਚਿਮਨੀਆਂ ਦੇ ਧੂੰਏਂ ਨਾਲ ਵੀ ਪਿਆਰ ਪੈ ਗਿਆ ਸੀ। ਇੱਥੇ 40-40 ਮੀਲ ਤੱਕ ਦੇ ਪਿੰਡਾਂ ਤੱਕ ਉਹ ਆਪਣੇ ਸਾਥੀਆਂ ਨਾਲ ਪਿਕਨਿਕਾਂ ਮਨਾਈਆਂ ਸੀ। ਇੱਥੋਂ ਦੀਆਂ 2 ਕਲੱਬਾਂ ਨੇ ਇਹਨੂੰ ਵਿਦਾਇਗੀ ਪਾਰਟੀਆਂ ਵੀ ਦਿੱਤੀਆਂ। ਇੱਥੇ ਹੀ ਉਸਨੂੰ ਅਮਰੀਕਾ ਦੇ ਪ੍ਰਸਿੱਧ ਡਰਾਮਾ ਲੇਖਕ ਹੈਰਲਡ ਆਈਗੋ ਮਿਲਿਆ, ਜਿਸ ਨੇ ਲੇਖਕ ਨਾਲ ਕਈ ਇੰਟਰਵਿਊ ਅਖਬਾਰਾਂ ਦੇ ਵਿੱਚ ਛਪਾਈਆਂ ਅਤੇ ਮਗਰੋਂ ਉਸ ਦੇ ਲੇਖ ਪ੍ਰੀਤ ਲੜੀ ਨੇ ਆਪਣੇ ਅਖਬਾਰ 'ਚ ਆਪਣੇ ਰਸਾਲੇ ਵਿੱਚ ਛਾਪੇ। ਅਤੇ ਲੇਖਕ ਨੇ ਬੜੇ ਦਰਦ ਭਰੇ ਦਿਲ ਨਾਲ ਅੱਖਾਂ ਮਲਦੀ ਲੀਲਾ ਤੋਂ ਵਿਦਾਇਗੀ ਲਈ। ਉਸਦੇ ਮਿੱਤਰ ਅੱਧੀ ਰਾਤ ਤੱਕ ਉਸ ਨੂੰ ਰੇਲਵੇ ਸਟੇਸ਼ਨ 'ਤੇ ਛੱਡਣ ਆਏ। ਇਹਨਾਂ ਵਿੱਚ ਕੁਝ ਇਸਤਰੀਆਂ ਵੀ ਸੀਗੀਆਂ। ਇਹਨਾਂ ਵਿੱਚੋਂ 1-2 ਇਸਤਰੀਆਂ ਉਸ ਸ਼੍ਰੇਣੀ ਨਾਲ ਸੰਬੰਧਿਤ ਸਨ ਜਿਹੜੇ ਨਸਲੀ ਵਿਤਕਰੇ ਦੀ ਬੁਰੀ ਤਰ੍ਹਾਂ ਸ਼ਿਕਾਰ ਸਨ, ਭਾਵ ਅਮਰੀਕਨ ਇਸਤਰੀਆਂ ਸੀਗੀਆਂ। ਲੇਖਕ ਨੂੰ ਅਮਰੀਕਨ ਲੋਕਾਂ ਦਾ ਇਹ ਨਸਲੀ ਵਿਤਕਰਾ ਉਹਨਾਂ ਦਾ ਰੂਹਾਨੀ ਬਚਪਨ ਲੱਗਦਾ ਸੀ। ਉਸਨੂੰ ਅਮਰੀਕਨ ਮਾਪਿਆਂ ਨਾਲੋਂ ਬੱਚੀ ਲੀਲਾ ਵਧੇਰੇ ਸਿਆਣੀ ਲੱਗਦੀ ਸੀ, ਜਿਸ ਨੇ ਉਸਨੂੰ ਹੱਥ ਲਾ ਕੇ ਪਰਖ ਲਿਆ ਸੀ ਕਿ ਕਾਲੇ ਆਦਮੀ ਬੱਚੇ ਖਾਣੇ ਨਹੀਂ ਹੁੰਦੇ। ਅਤੇ ਉਸਨੇ 1 ਸਾਲ ਵਿੱਚ ਆਪਣੀ ਮਾਂ ਨੂੰ ਵੀ ਇਸ ਗੱਲ ਦੇ ਨਾਲ ਸਹਿਮਤ ਕਰ ਲਿਆ ਸੀ। ਉਸਦੀ ਮਾਂ ਵਰਗੀਆਂ ਹੀ ਕੁਝ ਹੋਰ ਇਸਤਰੀਆਂ ਅਤੇ ਇਸ ਕਾਲੇ ਆਦਮੀ ਦੇ ਅੰਦਰ ਝਾਤ ਪਾ ਕੇ ਹੈਰਾਨ ਹੋਈਆਂ ਸੀ। ਅੱਜ ਅੱਧੀ ਰਾਤ ਵੇਲੇ ਉਸਨੂੰ ਸਟੇਸ਼ਨ ਉੱਤੇ ਛੱਡਣ ਆਈਆਂ ਸੀ ਅਤੇ ਅਮਰੀਕਨ ਲੋਕਾਂ ਲਈ ਇਹ ਗੱਲ ਬੜੀ ਹੈਰਾਨੀ ਵਾਲੀ ਸੀ। ਅਗਲਾ ਪ੍ਰਸ਼ਨ, ਲੇਖਕ ਦੀ ਨਾਇਗਰਾ ਫਾਲ ਦੀ ਫੇਰੀ ਦਾ ਹਾਲ ਲਿਖੋ, ਜਾਂ ਫਿਰ ਨਾਇਗਰਾ ਫਾਲ ਦੇ ਕੁਦਰਤੀ ਨਜ਼ਾਰੇ ਦਾ ਦ੍ਰਿਸ਼। ਲੇਖਕ ਡੀਟਰਾਇਟ ਤੋਂ ਵਿਦਾ ਹੋ ਕੇ ਨਾਇਗਰਾ ਫਾਲ ਦੇਖਣ ਗਿਆ। ਇਹ ਸੰਸਾਰ ਦੀ ਸਭ ਤੋਂ ਵੱਡੀ ਫਾਲ ਹੈ। ਨਾਇਗਰਾ ਦਰਿਆ 168 ਫੁੱਟ ਦੀ ਉਚਾਈ ਤੋਂ ਥੱਲੇ ਡਿੱਗਦਾ ਹੈ। ਇੱਥੇ ਕੁਦਰਤ ਗੱਜ ਵੱਜ ਕੇ ਮਨੁੱਖ ਨੂੰ ਤਾਕਤ ਅਤੇ ਰੌਸ਼ਨੀ ਦਾ ਸੰਦੇਸ਼ ਦਿੰਦੀ ਹੈ। ਇੱਥੇ ਦਿਨੇ ਰਾਤ ਇੱਕੋ ਤਾਲ ਵਿੱਚ ਗੱਜਦੇ ਅਤੇ ਪਾਸਿਆਂ ਤੋਂ ਚਾਂਦੀ ਘੁੰਗਰੀਆਂ ਵਿੱਚ ਛਣਕਦੇ ਸੰਦੇਸ਼ ਦਾ ਮਨੁੱਖੀ ਦਿਮਾਗ ਉੱਤੇ ਬੜਾ ਅਨੋਖਾ ਅਸਰ ਹੁੰਦਾ ਹੈ। ਇਸ ਬਾਰੇ ਕਈ ਰਵਾਇਤਾਂ ਵੀ ਬਣੀਆਂ ਹੋਈਆਂ ਨੇ। ਇਸ ਤੋਂ ਤਾਕਤ ਅਤੇ ਰੌਸ਼ਨੀ ਦਾ ਸੰਦੇਸ਼ ਅਮਰੀਕਨ ਇੰਜੀਨੀਅਰ ਨੇ ਲਿਆ, ਪਰ ਆਸ਼ਕਾਂ ਨੇ ਇਸ਼ਕ ਦਾ ਕੁਝ ਸੰਦੇਸ਼ ਸੁਣ ਲਿਆ। ਕਿਹਾ ਜਾਂਦਾ ਹੈ ਕਿ ਬੇਹੱਦ ਸੁੰਦਰ ਸੂਰਤ ਹਨੇਰੀਆਂ ਰਾਤਾਂ ਵਿੱਚ ਇਸ ਝਾਲ ਦੀਆਂ ਚਾਂਦੀ ਘੁੰਗਰਾਂ ਉੱਤੇ ਨੱਚਦੀ ਹੈ। ਇਹ ਸਿਰਫ ਉਹਨਾਂ ਨੂੰ ਦਿਸਦੀ ਹੈ ਜਿਨ੍ਹਾਂ ਦੇ ਦਿਲਾਂ ਉੱਤੇ ਕੋਈ ਇਸ਼ਕ ਦਾ ਸੋਜ਼ ਹੁੰਦਾ ਹੈ। ਕਈ ਆਸ਼ਕ ਸਦਾ ਵਿਛੜੀਆਂ ਆਪਣੀਆਂ ਪ੍ਰੀਤਮਾਵਾਂ ਦੇ ਮੁੱਖ ਦੇਖਣ ਲਈ ਕਈ ਹਨੇਰੀਆਂ ਰਾਤਾਂ ਉੱਥੇ ਆ ਕੇ ਗੁਜ਼ਾਰਦੇ ਨੇ, ਅਤੇ ਲੇਖਕ ਕੇਵਲ 1 ਦਿਨ ਕੱਢ ਕੇ ਹੀ ਉੱਥੇ ਆਇਆ ਸੀ, ਪਰ ਉਹ 2 ਦਿਨ ਅਤੇ 2 ਰਾਤਾਂ ਉੱਥੇ ਜਾ ਕੇ ਨਾ ਜਾ ਸਕਿਆ। ਨਾਇਗਰਾ ਫਾਲ ਦੇ ਸ਼ੋਰ ਵਿੱਚ ਇੱਕ ਅਦਭੁਤ ਅਮਨ ਹੈ। ਇਸ ਦੀ ਤਾਲ ਭਰੀ ਗਰਜ ਵਿੱਚ ਇੱਕ ਅਦਭੁਤ ਖਾਮੋਸ਼ੀ ਵੀ ਹੈ। ਇਸ ਦੇ ਛਣਕਦੇ ਪਾਣੀ ਮਨੁੱਖੀ ਦਿਲ ਵਿੱਚ ਕਈ ਨਵੇਂ ਇਰਾਦੇ ਅਤੇ ਕਈ ਨਵੇਂ ਹੰਭਲੇ ਉਛਾਲਦੇ ਹੈ। ਅਗਲਾ ਜੋ ਪ੍ਰਸ਼ਨ ਹੈ ਬੜਾ ਮਹੱਤਵਪੂਰਨ ਹੈ ਬੇਟੇ, ਕਿ ਲੇਖਕ ਨੇ ਆਪਣੀ ਵਾਸ਼ਿੰਗਟਨ ਫੇਰੀ ਸਮੇਂ ਉੱਥੇ ਕੀ ਕੁਝ ਵੇਖਿਆ। ਵਾਸ਼ਿੰਗਟਨ ਬਾਰੇ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਵੀ ਅਮਰੀਕਾ ਦੀ ਰਾਜਧਾਨੀ ਹੈਗੀ ਹੈ ਨਾ, ਤਾਂ ਉੱਥੇ ਦਾ ਮਾਹੌਲ ਲੇਖਕ ਨੂੰ ਕਿਵੇਂ ਲੱਗਿਆ। ਲੇਖਕ ਨਾਇਗਰਾ ਤੋਂ ਵਾਸ਼ਿੰਗਟਨ ਪਹੁੰਚਿਆ। ਅਮਰੀਕਨ ਕੌਮ ਦੇ ਪਿਤਾ ਵਾਸ਼ਿੰਗਟਨ ਦਾ ਇਹ ਸ਼ਹਿਰ ਦੁਨੀਆ ਦੀਆਂ ਸਭ ਰਾਜਧਾਨੀਆਂ ਤੋਂ ਨਿਰਾਲਾ ਹੈ। ਇੱਥੇ ਰਾਜਧਾਨੀਆਂ ਵਰਗਾ ਕੋਈ ਭੀੜ ਭੜੱਕਾ ਨਹੀਂ। ਇੱਥੇ ਵਾਯੂਮੰਡਲ ਵੱਡੇ ਸ਼ਹਿਰਾਂ ਦੇ ਮੁਕਾਬਲੇ ਬੜਾ ਨਿਰਮਲ ਅਤੇ ਸ਼ੁੱਧ ਹੈ। ਇੱਥੋਂ ਦੀਆਂ ਇਮਾਰਤਾਂ ਨਿਊਯਾਰਕ ਅਤੇ ਸ਼ਿਕਾਗੋ ਦੀਆਂ ਇਮਾਰਤਾਂ ਵਾਂਗ ਆਕਾਸ਼ ਨਾਲ ਗੱਲਾਂ ਨਹੀਂ ਕਰਦੀਆਂ। ਪਬਲਿਕ ਇਮਾਰਤਾਂ ਦਾ ਰੰਗ ਆਮ ਕਰਕੇ ਚਿੱਟਾ ਹੈ। ਅਮਰੀਕਨ ਪ੍ਰਧਾਨ ਦਾ ਚਿੱਟਾ ਘਰ ਮਹਿਲਾਂ ਵਰਗਾ ਸਹਿਮ ਪਾਉਣ ਵਾਲਾ ਨਹੀਂ ਹੈ। ਲੰਡਨ ਦੇ ਬਕਿੰਗਮ ਮਹਿਲ ਅਤੇ ਦਿੱਲੀ ਦੇ ਰਾਸ਼ਟਰਪਤੀ ਭਵਨ ਦੇ ਸਾਹਮਣੇ ਅਮਰੀਕਨ ਪ੍ਰਧਾਨ ਦਾ ਇਹ ਘਰ ਕੋਈ ਰਿਸ਼ੀ ਆਸ਼ਰਮ ਵਰਗਾ ਦਿਸਦਾ ਹੈ, ਅਤੇ ਲੇਖਕ ਨੂੰ ਇਹ ਚਿੱਟਾ ਸ਼ਹਿਰ ਬੜਾ ਚੰਗਾ ਲੱਗਿਆ। ਵਾਸ਼ਿੰਗਟਨ ਦੇ ਸੈਨੇਟ ਅਤੇ ਕਾਂਗਰਸ ਘਰਾਂ ਵਿੱਚ ਲੇਖਕ ਨੂੰ ਬੜੀ ਅਮੀਰੀ ਵੀ ਦਿਸੀ, ਪਰ ਫਿਰ ਵੀ ਉਸ ਵਿੱਚ ਉਸਨੂੰ ਲੋਕਤਾ ਦੀ ਸਾਦਗੀ ਹੀ ਨਜ਼ਰ ਆਈ।
ਜਿਸ ਯਾਦਗਾਰ ਨੇ ਲੇਖਕ ਦੇ ਮਨ ਉੱਤੇ ਸਭ ਤੋਂ ਵੱਧ ਪ੍ਰਭਾਵ ਪਾਇਆ ਉਹ ਮਾਉਂਟ ਵਰਨਾਨ ਉੱਤੇ ਪ੍ਰਧਾਨ ਵਾਸ਼ਿੰਗਟਨ ਦਾ ਘਰ ਸੀ। ਰੋਜ਼ਾਨਾ ਉਸ ਤਰ੍ਹਾਂ ਘਰ ਦੇ ਪਰਦੇ ਝਾੜੇ ਅਤੇ ਕਿਤਾਬਾਂ ਪੂੰਝੀਆਂ ਜਾਂਦੀਆਂ ਸਨ ਅਤੇ ਮਾਰਵਾ ਦੇ ਰੁਤਬੇ ਚਰਖੇ ਅਤੇ ਅਟੇਰਨ ਸਾਫ਼ ਰੱਖੇ ਜਾਂਦੇ ਸਨ। ਦਰਿਆ ਦੇ ਕੰਢੇ ਉੱਤੇ ਸ਼ਹਿਰ ਤੋਂ ਕਾਫੀ ਦੂਰ ਇਹ ਸੋਹਣੀ ਯਾਤਰਾ ਹੈ। ਇੱਥੇ ਹੀ ਵਾਸ਼ਿੰਗਟਨ ਅਤੇ ਉਸਦੀ ਪਤਨੀ ਦੀਆਂ ਕਬਰਾਂ ਹਨ। ਪਤਨੀ ਦੇ ਕੱਤਣ ਵਾਲੇ ਕਮਰੇ ਵਿੱਚ ਤੱਕਲਿਆਂ ਨਾਲ ਪੂਣੀਆਂ ਲਟਕਦੀਆਂ ਨੇ ਅਤੇ ਅਟੇਰਨਾਂ ਉੱਤੇ ਧਾਗੇ ਅਜੇ ਵੀ ਚੜ੍ਹੇ ਹੋਏ ਨੇ। ਉਹਨਾਂ ਦੀ ਮੁਤਵੰਨਾ ਧੀ ਹੈ, ਜਿਹੜੀ ਮੁਤਵੰਨਾ ਧੀ ਹੁੰਦੀ ਹੈ ਜਿਹੜੀ ਗੋਦ ਲਈ ਹੋਈ ਧੀ ਹੋਵੇ, ਠੀਕ ਆ। ਉਸ ਦੇ ਅਧਿਐਨ ਕਮਰੇ ਦੇ ਵਿੱਚ ਉਸੇ ਤਰ੍ਹਾਂ ਕਿਤਾਬਾਂ ਪਈਆਂ ਨੇ ਅਤੇ ਇੱਕ ਕਿਤਾਬ ਖੁੱਲ੍ਹੀ ਹੋਈ ਹੈ। ਲੇਖਕ ਨੇ ਸੋਚਿਆ ਕਿ ਇਸ ਥਾਂ ਉੱਤੇ ਕਦੇ ਅੰਗਰੇਜ਼ਾਂ ਦਾ ਰਾਜ ਸੀਗਾ ਅਤੇ ਜਿਨ੍ਹਾਂ ਨੇ ਉਸ ਦੇਸ਼ ਵਿੱਚ ਜਲਿਆਂਵਾਲੇ ਬਾਗ ਵਾਂਗ ਲਹੂ ਦੀ ਹੋਲੀ ਖੇਡੀ ਸੀ, ਅਤੇ ਇਸ ਥਾਂ ਉੱਤੇ ਕਦੇ ਉਹਨਾਂ ਮਨੁੱਖਾਂ ਦਾ ਮਨੁੱਖ ਰਹਿੰਦਾ ਸੀ ਜਿਸ ਨੇ ਪਰਦੇਸੀ ਹਕੂਮਤ ਦੇ ਵਿਰੁੱਧ ਬਗਾਵਤ ਕਰਕੇ ਉਹਨੂੰ ਹਰਾਇਆ ਸੀ ਅਤੇ ਉਹਨਾਂ ਲੋਕਾਂ ਨੇ ਉਹਨੂੰ ਆਪਣਾ ਪਹਿਲਾ ਪ੍ਰਧਾਨ ਬਣਾਇਆ ਸੀ। ਵਾਸ਼ਿੰਗਟਨ ਦੀ ਯਾਦ ਨੇ ਦਿਮਾਗ ਵਿੱਚ ਆਜ਼ਾਦ ਹਿੰਦੁਸਤਾਨ ਦਾ ਸੁਪਨਾ ਛੇੜ ਦਿੱਤਾ ਸੀਗਾ। ਇਬਰਾਹਿਮ ਲਿੰਕਨ ਦੀ ਯਾਦਗਾਰ ਉੱਤੇ ਉਸ ਦੀਆਂ ਆਤਮ ਮਨੁੱਖੀ ਤਕਰੀਰਾਂ ਨਿਰੇ ਸ਼ਬਦ ਨਹੀਂ ਸੀਗੇ, ਸਗੋਂ ਜਿਉਂਦੇ ਚਿੱਤਰ ਹੋ ਕੇ ਲੇਖਕ ਦੀਆਂ ਅੱਖਾਂ ਦੇ ਸਾਹਮਣੇ ਆ ਗਏ। ਅਗਲਾ ਪ੍ਰਸ਼ਨ ਹੈ ਲੇਖਕ ਦੀ ਨਿਊਯਾਰਕ ਫੇਰੀ ਦਾ ਹਾਲ ਲਿਖੋ। ਲੇਖਕ ਵਾਸ਼ਿੰਗਟਨ ਤੋਂ ਨਿਊਯਾਰਕ ਪਹੁੰਚਿਆ। ਉਹ ਦੱਸਦਾ ਹੈ ਕਿ ਐਨ ਹਾਰਥ ਅਤੇ ਵਾਸ਼ਿੰਗਟਨ ਉਸਨੂੰ ਸ਼ਹਿਰ ਨਹੀਂ ਸੀ ਜਾਪੇ, ਸਗੋਂ ਸ਼ਖਸ ਜਾਪੇ ਸਨ। ਸ਼ਖਸ ਮੀਨਸ ਆਦਮੀ ਲੱਗੇ ਸੀ, ਠੀਕ ਹੈ, ਜਿਸ ਦੇ ਨਕਸ਼ ਬਰੀਕ, ਬੋਲ ਹੌਲੇ ਅਤੇ ਚਾਲ ਵਿੱਚ ਕੋਈ ਤਾਲ ਸੀ। ਪਰ ਨਿਊਯਾਰਕ ਉਸਨੂੰ ਇੱਕ ਦਿਓ ਵਰਗਾ ਲੱਗਿਆ ਅਤੇ ਉਹ ਵੀ ਪਹਿਲਵਾਨ ਲੱਗਿਆ, ਜਿਸ ਦੀ ਨਾ ਕੋਈ ਕਮਰ ਸੀ ਅਤੇ ਨਾ ਹੀ ਧੌਣ। ਪੱਟਾਂ ਜਿਹੀਆਂ ਮੋਟੀਆਂ-ਮੋਟੀਆਂ ਪਿੰਨੀਆਂ, ਬਾਹਾਂ ਜਿੱਡੀਆਂ ਮੋਟੀਆਂ ਉਂਗਲਾਂ, ਸੰਗ ਬੈਠਾ ਹੋਇਆ ਅਤੇ ਅੱਖਾਂ ਵਿੱਚ ਚੰਗੇ ਮੰਦੇ ਦੀ ਆਣ ਹੋਂਦ। ਇਹ ਸ਼ਹਿਰ ਨਹੀਂ ਸਗੋਂ ਜੰਗ ਦਾ ਮੈਦਾਨ ਸੀ। ਧਰਤੀ ਉੱਤੇ ਹੇਠਾਂ ਰੇਲਾਂ ਸਨ, ਮਤਲਬ ਰੇਲਾਂ ਹੀ ਰੇਲਾਂ, ਮਤਲਬ ਉਹਦੇ 'ਤੇ ਜਿਹੜੀਆਂ ਰੇਲਾਂ ਦੀ ਆਵਾਜਾਈ ਬਹੁਤ ਸੀਗੀ, ਠੀਕ ਹੈ। ਲੇਖਕ ਨੇ ਆਪਣੀ ਹੋਟਲ ਮੈਨੇਜਰ ਨੂੰ ਕਿਹਾ ਕਿ ਉਸ ਦਾ ਕਮਰਾ ਬਦਲ ਦਿੱਤਾ ਜਾਵੇ। ਉਸਨੇ ਆਪਣੇ ਵੱਲੋਂ ਬੜਾ ਚੰਗਾ ਕਮਰਾ ਤੀਜੀ ਛੱਤ ਉੱਤੇ ਉਸਨੂੰ ਦਿੱਤਾ ਸੀ, ਪਰ ਉਸਦੇ ਐਨ ਸਾਹਮਣਿਓਂ ਲੋਹੇ ਦੇ ਕੋਲਿਆਂ ਉੱਤੇ ਵਿਛੀ ਰੇਲ ਦੀ ਪਟੜੀ ਉੱਤੇ ਮਿੰਟ ਪਿੱਛੋਂ ਕਾੜ ਕਰਦੀ ਰੇਲ ਲੰਘਦੀ ਸੀ। ਲੇਖਕ ਨੇ ਕਿਹਾ ਕਿ ਉਸਨੂੰ ਕਿਸੇ ਗੋਦਾਮ ਵਿੱਚ ਹੀ ਲੁਕਾ ਦਿੱਤਾ ਜਾਵੇ। ਇੱਥੇ ਕੋਈ ਘਰ 2 ਛੱਤਾਂ, ਕੋਈ 10 ਛੱਤਾਂ ਅਤੇ ਕੋਈ 100 ਛੱਤਾਂ ਸੀ। ਇਹ ਘਰ ਡਾਢੀ ਬੇਥਵੀ ਲਕੀਰ ਆਕਾਸ਼ ਵਿੱਚ ਖਿੱਚਦੇ ਸੀਗੇ। ਏਡੀ ਹੀ ਬੇਥਵੀ ਲਕੀਰ ਲੋਕਾਂ ਦੀ ਆਰਥਿਕ ਹਾਲਤ ਸੀ। ਸੋਹਣੇ ਪਾਰਕ, ਸ਼ਾਨਦਾਰ ਸਟੋਰ, ਮਹਿਲਾਂ ਵਰਗੇ ਸਿਨੇਮਾ ਥੀਏਟਰ, ਪਰੀਆਂ ਵਰਗੇ ਵੇਸ ਹੁੰਦਾ ਪਹਿਰਾਵਾ, ਪਰ ਨਾਲ ਹੀ ਕਿਰਕਿਰ ਕਰਦਾ ਚਾਈਨਾ ਟਾਊਨ ਅਤੇ ਕੰਗਾਲ ਕੋਠੀਆਂ, ਜੂਏ ਘਰ ਅਤੇ ਜੁਰਮਾਂ ਦੇ ਅੱਡੇ, ਮੰਗਦੇ ਹੋਏ ਟੱਬਰ, ਮਤਲਬ ਭਿਖਾਰੀ ਬਹੁਤ ਨੇ ਉੱਥੇ ਨਾ, ਲੁੱਟੀਆਂ ਹੋਈਆਂ ਰੇਲਾਂ ਅਤੇ ਜ਼ੁਰਮ ਬਾਦਸ਼ਾਹਾਂ ਦੀਆਂ ਅਖਬਾਰਾਂ ਵਿੱਚ ਕਹਾਣੀਆਂ। ਪਿੱਛੇ ਕੀ ਸੀਗਾ ਇਹ? ਇੱਥੇ ਲੇਖਕ ਨੇ 4 ਦਿਨਾਂ ਵਿੱਚ ਇੰਨਾ ਕੁਝ ਦੇਖ ਲਿਆ ਕਿ ਜਿੰਨਾ 4 ਵਰ੍ਹਿਆਂ ਵਿੱਚ ਉਸਨੇ ਕਿਤੇ ਨਹੀਂ ਸੀ ਵੇਖਿਆ। ਉਹ 1 ਮਹੀਨਾ ਰਹਿ ਕੇ ਅਮਰੀਕਾ ਦੀ ਵਿਹਾਰੀ ਜ਼ਿੰਦਗੀ ਦਾ ਅਧਿਐਨ ਕਰਨ ਦਾ ਇਰਾਦਾ ਬਣਾ ਕੇ ਆਇਆ ਸੀ, ਪਰ ਨਿਊਯਾਰਕ ਤੱਕ ਉਹਨੂੰ ਡਰ ਪੈ ਗਿਆ ਕਿ ਕਿਤੇ ਨਿਊਯਾਰਕ ਦੀ ਬੇਨਕਸ਼ ਅਤੇ ਬੇਸ਼ਖਸੀਅਤ ਵੜਿੱਤਣ ਉਹ ਸਾਰੀ ਜਜ਼ਬਾਤੀ ਕੋਮਲਤਾ ਹੜੱਪ ਨਾ ਕਰ ਲਵੇ ਜਿਹੜੀ ਐਨ ਹਾਰਥਰ ਦੇ ਨਿਰਮਲ ਵਿਦਿਅਕ ਵਾਯੂਮੰਡਲ ਨੇ ਉਸਨੂੰ ਦਿੱਤੀ ਸੀ। ਮਤਲਬ ਉੱਥੇ ਉਹਦਾ ਮਨ ਨਹੀਂ ਲੱਗਿਆ ਅਤੇ ਉਹਨੂੰ ਵਧੀਆ ਨਹੀਂ ਲੱਗਿਆ ਹੈਗਾ ਅਤੇ ਉੱਥੋਂ ਫਿਰ ਛੇਤੀ ਹੀ ਆ ਗਿਆ। ਤਾਂ ਇਹ ਤਾਂ ਸੀਗਾ ਆਪਣਾ ਅੱਜ ਦਾ ਜੋ ਪੜ੍ਹਨਾ ਸੀ ਭਾਗ ਦੁਨੀਆ ਇੱਕ ਮਹਿਲ ਸਫ਼ਰਨਾਮੇ ਦੇ ਵਿੱਚ ਆਪਾਂ ਕੁਝ ਭਾਗ ਪੜ੍ਹੇ ਨੇ, ਪ੍ਰਸ਼ਨ ਉੱਤਰ ਵਾਚੇ ਹੈਗੇ ਨੇ ਅਤੇ ਇਹਨਾਂ ਨੂੰ ਆਪਾਂ ਇਹਨਾਂ ਭਾਗਾਂ ਦਾ ਸਾਰ ਵੀ ਕਹਿ ਸਕਦੇ ਹੈਗੇ ਹਾਂ। ਉਮੀਦ ਕਰਦੀ ਹੈ ਕਿ ਤੁਹਾਨੂੰ ਸਮਝ ਲੱਗ ਗਏ ਹੋਣਗੇ। ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਿਓ, ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ। ਜੇਕਰ ਇਸ ਚੈਨਲ 'ਤੇ ਨਵੇਂ ਆਏ ਹੈਗੇ ਹੋ ਤਾਂ ਚੈਨਲ ਦੀ ਪਲੇਲਿਸਟ ਜ਼ਰੂਰ ਵੇਖਿਓ ਬੇਟੇ, ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇਸ ਚੈਨਲ 'ਤੇ ਕਾਫੀ ਕੰਮ ਕੀਤਾ ਜਾ ਰਿਹਾ ਹੈਗਾ। ਕੋਈ ਵੀਡੀਓ ਤੁਹਾਡੀ ਪੜ੍ਹਾਈ ਲਈ ਲਾਭਦਾਇਕ ਹੋਈ ਤਾਂ ਫਿਰ ਇਸ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਬਿਲਕੁਲ ਨਾ ਜਾਣਾ। ਫਿਰ ਮਿਲਦੇ ਹੈਗੇ ਹਾਂ ਅਗਲੀ ਵੀਡੀਓ ਦੇ ਨਾਲ।